ਹੈਲੋ ਫਰੈਂਡਸ, ਵੈਲਕਮ ਟੂ ਯਰ YouTube ਚੈਨਲ ਇੰਗਲਿਸ਼ ਫੈਮਿਲੀ 87। ਸੋ ਆਪਣੀ ਇਸ ਵੀਡੀਓ ਦੇ ਵਿੱਚ ਆਪਾਂ ਗੱਲ ਕਰਨ ਜਾ ਰਹੇ ਹਾਂ ਕੈਂਬਰਿਜ ਇੰਗਲਿਸ਼ ਗ੍ਰਾਮਰ ਇਨ ਯੂਜ਼ ਬਾय ਰੈਮੰਡ ਮਰਫੀ 5th ਐਡੀਸ਼ਨ। ਉਸ ਦੀ ਯੂਨਿਟ ਹੈ ਜਿਹੜੀ ਆਪਾਂ ਕਰਾਂਗੇ ਯੂਨਿਟ ਨੰਬਰ 10। ਦੇਖੋ 10 ਨੰਬਰ ਯੂਨਿਟ ਦੇ ਵਿੱਚ ਆਪਾਂ ਨੇ ਦੋ ਟੈਂਸ ਕਰਨੇ ਨੇ, ਉਹਨਾਂ ਦੇ ਵਿੱਚ ਕੰਪੇਅਰ ਕਰਨਾ ਆਪਸ ਦੇ ਵਿੱਚ, ਠੀਕ ਹੈ। ਪਹਿਲਾ ਤਾਂ ਹੈ ਪ੍ਰੈਜੈਂਟ ਪਰਫੈਕਟ ਕੰਟੀਨਿਊਸ ਔਰ ਦੂਸਰਾ ਹੈ ਸਿੰਪਲ। ਸਿੰਪਲ ਦਾ ਇੱਥੇ ਮਤਲਬ ਹੈ ਪ੍ਰੈਜੈਂਟ ਪਰਫੈਕਟ, मतलब कि दो टेंस हो गए प्रैजेंट परफेक्ट कंटीन्यूज ਅਤੇ ਪ੍ਰੈਜੈਂਟ ਪਰਫੈਕਟ। ਦੇਖੋ ਇਹਨਾਂ ਨੇ ਇੱਥੇ ਨਿਸ਼ਾਨੀ ਵੀ ਦਿੱਤੀ ਹੈ, ਆਈ ਹੈਵ ਬੀਨ ਡੂਇੰਗ ਹੋ ਗਿਆ ਪ੍ਰੈਜੈਂਟ ਪਰਫੈਕਟ ਕੰਟੀਨਿਊਸ, ਆਈ ਹੈਵ ਡਨ ਹੋ ਗਿਆ ਪ੍ਰੈਜੈਂਟ ਪਰਫੈਕਟ। ਦੋਨੋਂ ਹੀ ਟੈਂਸ ਤੁਹਾਨੂੰ ਚੰਗੀ ਤਰ੍ਹਾਂ ਆਉਣੇ ਚਾਹੀਦੇ ਨੇ। ਇੱਕ ਤਾਂ ਦੇਖੋ ਸਿੰਪਲ ਜੀ ਗੱਲ ਹੈ, ਆਪਾਂ ਪ੍ਰੈਜੈਂਟ ਪਰਫੈਕਟ ਕੰਟੀਨਿਊਸ ਟੈਂਸ ਦਾ ਯੂਜ਼ ਕਦੋਂ ਕਰਦੇ ਹਾਂ, ਕਿਉਂਕਿ ਨਾਲ ਕੰਟੀਨਿਊਸ ਵੀ ਆ ਗਿਆ ਹੈ ਨਾ। ਤੁਹਾਨੂੰ ਪਤਾ ਹੀ ਹੈ ਜਦੋਂ ਆਪਾਂ ਇਹ ਗੱਲ ਕਹਿਣੀ ਹੋਵੇ ਕਿ ਕੋਈ ਕੰਮ ਜਾਂ ਕੋਈ ਐਕਸ਼ਨ ਜਾਂ ਕੋਈ ਕਿਰਿਆ ਪਿਛਲੇ ਸਮੇਂ ਤੋਂ ਚਲਦੀ ਆ ਰਹੀ ਹੈ ਤੇ ਪ੍ਰੈਜੈਂਟ ਤੱਕ ਵੀ ਉਹ ਕਿਰਿਆ ਜਿਹੜੀ ਉਹ ਚੱਲ ਰਹੀ ਹੈ। ਪ੍ਰੈਜੈਂਟ ਦੇ ਵਿੱਚ ਰੀਸੈਂਟਲੀ ਜਾਂ ਜਸਟ ਹੁਣੇ ਹੁਣੇ ਉਹ ਕਿਰਿਆ ਬੰਦ ਹੋਈ ਹੈ, ਜਾਂ ਫਿਰ ਪ੍ਰੈਜੈਂਟ ਦੇ ਵਿੱਚ ਵੀ ਉਹ ਕਿਰਿਆ ਕੰਟੀਨਿਊਸ ਚੱਲ ਰਹੀ ਹੈ ਤੇ ਪਿਛਲੇ ਸਮੇਂ ਤੋਂ ਚਲਦੀ ਆ ਰਹੀ ਹੈ, ਉੱਥੇ ਆਪਾਂ ਪ੍ਰੈਜੈਂਟ ਪਰਫੈਕਟ ਕੰਟੀਨਿਊਸ ਦਾ ਯੂਜ਼ ਕਰਦੇ ਹਾਂ। ਬਟ ਪ੍ਰੈਜੈਂਟ ਪਰਫੈਕਟ ਦਾ ਮਤਲਬ ਕੀ ਹੁੰਦਾ, ਜਿਸ ਤਰ੍ਹਾਂ ਆਪਾਂ ਪਹਿਲਾਂ ਕੀਤਾ ਸੀ, ਇਸ ਦੀ ਆਪਾਂ ਨੇ ਤੁਹਾਨੂੰ ਦੱਸੀ ਸੀ ਪਹਿਚਾਣ, ਚੁੱਕਾ ਹੈ ਚੁੱਕੀ ਹੈ। ਇਹਦਾ ਮਤਲਬ ਆਪਾਂ ਸਿਰਫ ਪ੍ਰੈਜੈਂਟ ਦੀ ਗੱਲ ਕਰਦੇ ਹਾਂ। ਜਦੋਂ ਪ੍ਰੈਜੈਂਟ ਪਰਫੈਕਟ ਆਪਾਂ ਉਦੋਂ ਯੂਜ਼ ਕਰਦੇ ਹਾਂ ਟੈਂਸ ਜਦੋਂ ਆਪਾਂ ਜਿਸ ਵਕਤ ਬੋਲ ਰਹੇ ਹਾਂ ਪ੍ਰੈਜੈਂਟ ਦੇ ਵਿੱਚ, ਉਸ ਵਕਤ ਆਪਣੀ ਕੋਈ ਕਿਰਿਆ ਕੋਈ ਐਕਸ਼ਨ ਉਹ ਕੰਪਲੀਟ ਹੋ ਜਾਂਦਾ ਹੈ ਜਾਂ ਫਿਰ ਫਿਨਿਸ਼ ਹੁੰਦਾ ਹੈ। ਮਤਲਬ ਕਿਸੇ ਵੀ ਕਿਰਿਆ ਦੇ ਫਿਨਿਸ਼ ਹੋਣ ਦੇ ਬਾਰੇ ਜਾਂ ਫਿਰ ਕਿਸੇ ਵੀ ਕਿਰਿਆ ਦੇ ਕੰਪਲੀਟ ਹੋਣ ਦੇ ਬਾਰੇ ਪ੍ਰੈਜੈਂਟ ਦੇ ਵਿੱਚ ਜਦੋਂ ਆਪਾਂ ਗੱਲ ਕਰਦੇ ਹਾਂ ਤਾਂ ਉੱਥੇ ਪ੍ਰੈਜੈਂਟ ਪਰਫੈਕਟ ਦਾ ਯੂਜ਼ ਹੁੰਦਾ ਹੈ। ਜਦੋਂ ਆਪਾਂ ਕਿਸੇ ਕਿਰਿਆ ਦੇ ਪਾਸਟ ਦੇ ਵਿੱਚ ਚੱਲਣ ਤੋਂ ਲੈ ਕੇ ਹੁਣ ਤੱਕ ਚੱਲਦੇ ਆ ਰਹੇ ਹੈ ਨਾ, ਹੁਣ ਤੱਕ ਚੱਲਦੇ ਆਉਣ ਦੇ ਬਾਰੇ ਗੱਲ ਕਰਦੇ ਹਾਂ ਤਾਂ ਉੱਥੇ ਪ੍ਰੈਜੈਂਟ ਪਰਫੈਕਟ ਕੰਟੀਨਿਊਸ। ਬਿਲਕੁਲ ਸਿੰਪਲ ਜੀ ਗੱਲ ਹੈ। ਦੇਖੋ ਐਗਜ਼ਾਮਪਲਸ ਤੋਂ ਤੁਹਾਨੂੰ ਕਲੀਅਰ ਹੋ ਜਾਏਗਾ। ਦੇਖੋ ਜਿਵੇਂ ਫਸਟ ਐਗਜ਼ਾਮਪਲ ਹੈ, देयर इज पेंट ऑन केट्स क्लोथ्स। ਆਪਾਂ ਮੰਨ ਲਓ ਕੇਟ ਦੇ ਘਰ ਗਏ ਤਾਂ ਕੇਟ ਦੇ ਘਰ ਗਏ ਤਾਂ ਆਪਾਂ ਕੀ ਕਹਿ ਰਹੇ ਹਾਂ, देयर इज पेंट ऑन केट्स क्लोथ। ਵੀ ਜਿਹੜਾ ਕੇਟ ਸੀ ਉਹਦੇ ਕੱਪੜਿਆਂ ਤੇ, ਜਿਹੜੀ ਕੇਟ ਸੀ ਚਾਹੇ ਔਰਤ ਲਾ ਲਓ ਚਾਹੇ ਮਰਦ ਲਾ ਲਓ, ਠੀਕ ਹੈ, ਚਲੋ ਔਰਤ ਲਾ ਲਓ, ਜਿਹੜੀ ਕੇਟ ਸੀ ਉਸ ਦੇ ਕੱਪੜਿਆਂ ਤੇ ਪੇਂਟ ਲੱਗਿਆ ਹੋਇਆ ਸੀ। ਤਾਂ ਉੱਥੋਂ ਆਪਾਂ ਨੇ ਕੀ ਅੰਦਾਜ਼ਾ ਲਾਇਆ, ਸ਼ੀ ਹੈਜ਼ ਬੀਨ ਪੇਂਟਿੰਗ ਹਰ ਬੈਡਰੂਮ। ਇਹਦਾ ਮਤਲਬ ਵੀ ਉਹ ਆਪਣੇ ਬੈਡਰੂਮ ਨੂੰ ਪੇਂਟ ਕਰ ਰਹੀ ਹੈ, ਮਤਲਬ ਕਿ ਪਿਛਲੇ ਸਮੇਂ ਤੋਂ ਪੇਂਟ ਕਰਦੀ ਆ ਰਹੀ ਹੈ। ਤਾਂ ਕੰਟੀਨਿਊ ਹੋ ਗਿਆ। ਦੇਖੋ ਜਦੋਂ ਮੰਨ ਲਓ ਆਪਾਂ ਕੇਟ ਦੇ ਘਰ ਪਹੁੰਚੇ, ਕੇਟ ਦੇ ਕੱਪੜਿਆਂ ਤੇ ਪੇਂਟ ਲੱਗਿਆ ਹੋਇਆ, ਤਾਂ ਇਹਦਾ ਮਤਲਬ ਜਿਹੜਾ ਪੇਂਟ ਕਰਨ ਦਾ ਕੰਮ ਹੈ ਉਹ ਹਲੇ ਫਿਨਿਸ਼ ਨਹੀਂ ਹੋਇਆ, ਕੰਪਲੀਟ ਨਹੀਂ ਹੋਇਆ, ਇਹਦਾ ਮਤਲਬ ਚੱਲ ਰਿਹਾ ਹੈ। ਤਾਂ ਆਪਾਂ ਪ੍ਰੈਜੈਂਟ ਪਰਫੈਕਟ ਕੰਟੀਨਿਊਸ ਬਣਾਵਾਂਗੇ, ਸ਼ੀ ਹੈਜ਼ ਬੀਨ ਪੇਂਟਿੰਗ ਹਰ ਬੈਡਰੂਮ। ਬਿਲਕੁਲ ਸਿੰਪਲ ਹੈ। ਹੁਣ ਅਗਲੀ ਐਗਜ਼ਾਮਪਲ ਦੇਖੋ। ਅਗਲੀ ਐਗਜ਼ਾਮਪਲ ਦੇ ਵਿੱਚ ਆਪਾਂ ਕਹਿ ਰਹੇ ਹਾਂ ਦ ਬੈਡਰੂਮ ਵਾਜ਼ ਗ੍ਰੀਨ। ਆਪਾਂ ਕਿਸੇ ਦੇ ਘਰੇ ਪਹੁੰਚੇ, ਆਪਾਂ ਉੱਥੇ ਜਾ ਕੇ ਕਹਿ ਰਹੇ ਹਾਂ ਦ ਬੈਡਰੂਮ ਵਾਜ਼ ਗ੍ਰੀਨ। ਜਿਹੜਾ ਬੈਡਰੂਮ ਸੀ ਉਹ ਗ੍ਰੀਨ ਸੀ, ਹਰਾ ਸੀ। ਨਾਓ ਇਟ ਇਜ਼ ਯੈਲੋ, ਤੇ ਹੁਣ ਇਹ ਯੈਲੋ ਹੈ, ਹੁਣ ਪੀਲਾ ਹੈ। ਤਾਂ ਇਹਦਾ ਮਤਲਬ ਕੀ ਹੋਇਆ, ਜਿਹੜਾ ਪੇਂਟ ਹੋਣ ਦਾ ਕੰਮ ਹੈ ਕੰਪਲੀਟ ਹੋ ਚੁੱਕਿਆ ਨਾ। ਦੇਖੋ ਪ੍ਰੈਜੈਂਟ ਦੇ ਵਿੱਚ ਕੰਮ ਹੈ ਜਿਹੜਾ ਕੰਪਲੀਟ ਹੋਣ ਦੀ ਗੱਲ ਹੋ ਗਈ ਇੱਥੇ, ਵੀ ਪਹਿਲਾਂ ਹਰਾ ਸੀ ਹੁਣ ਇਹ ਯੈਲੋ ਹੋ ਗਿਆ। ਇਹਦਾ ਮਤਲਬ ਜਿਹੜਾ ਪੇਂਟ ਹੈ ਉਹ ਕੰਪਲੀਟ ਹੋ ਚੁੱਕਿਆ, ਫਿਨਿਸ਼ ਹੋ ਚੁੱਕਿਆ, ਪੇਂਟ ਹੋ ਗਿਆ। ਤਾਂ ਆਪਾਂ ਕਹਾਂਗੇ ਸ਼ੀ ਹੈਜ਼ ਪੇਂਟਡ ਦਾ ਬੈਡਰੂਮ। ਸ਼ੀ ਹੈਜ਼ ਪੇਂਟਡ ਦਾ ਬੈਡਰੂਮ, ਵੀ ਉਸਨੇ ਆਪਣੇ ਬੈਡਰੂਮ ਨੂੰ ਪੇਂਟ ਕਰਤਾ, ਮਤਲਬ ਪੇਂਟ ਕਰ ਚੁੱਕੀ। ਗੱਲ ਸਮਝ ਆ ਗਈ ਨਾ। ਬਟ ਇੱਥੇ ਉੱਪਰਲੇ ਦੇ ਵਿੱਚ ਕੀ ਸੀ, देयर इज पेंट ऑन केट्स क्लोथ्स। ਇੱਥੇ ਆਪਾਂ ਕਹਿ ਰਹੇ ਸੀ ਵੀ ਕੇਟ ਦੇ ਜਿਹੜੇ ਕੱਪੜਿਆਂ ਤੇ ਮਤਲਬ ਪੇਂਟ ਲੱਗਿਆ ਹੋਇਆ, ਇਹਦਾ ਮਤਲਬ ਹਾਲੇ ਉਹ ਪੇਂਟ ਕਰ ਰਹੀ ਹੈ, ਕੰਮ ਕੰਪਲੀਟ ਨਹੀਂ ਹੋਇਆ। ਬਿਲਕੁਲ ਸਿੰਪਲ ਹੈ। ਅਗਲੀ ਐਗਜ਼ਾਮਪਲਸ ਦੇਖੋ। ਅਗਲੀ ਦੇ ਵਿੱਚ ਦੇਖੋ ਇਹਦੇ ਵਿੱਚ ਕੀ ਕਹਿ ਰਿਹਾ, ਦੇਖੋ ਮਾਈ ਹੈਂਡਸ ਆਰ ਵੈਰੀ ਡਰਟੀ। ਜਿਹੜੇ ਮੇਰੇ ਹੱਥ ਨੇ ਬਹੁਤ ਜ਼ਿਆਦਾ ਗੰਦੇ ਨੇ। ਆਈ ਹੈਵ ਬੀਨ ਰਿਪੇਅਰਿੰਗ ਮਾਈ ਬਾਈਕ। ਮੈਂ ਆਪਣੀ ਬਾਈਕ ਹੈ ਜਿਹੜੀ ਉਹ ਰਿਪੇਅਰ ਕਰ ਰਿਹਾ, ਮਤਲਬ ਪਿਛਲੇ ਸਮੇਂ ਤੋਂ ਰਿਪੇਅਰ ਕਰਨ ਲੱਗਿਆ ਸੀ ਤੇ ਹਲੇ ਵੀ ਸਟਿਲ ਰਿਪੇਅਰ ਕਰ ਰਿਹਾ। ਕਿਉਂਕਿ ਦੇਖੋ ਬਾਈਕ ਨੂੰ ਰਿਪੇਅਰ ਕਰਨ ਦਾ ਕੰਮ ਹੈ ਜਿਹੜਾ ਕੰਪਲੀਟ ਨਹੀਂ ਹੋਇਆ, ਕਿਉਂਕਿ ਇੱਥੇ ਕਹਿ ਰਿਹਾ ਮਾਈ ਹੈਂਡਸ ਆਰ ਵੈਰੀ ਡਰਟੀ। ਜਦੋਂ ਇਸਨੇ ਕਿਹਾ ਵੀ ਮੇਰੇ ਹੱਥ ਬਹੁਤ ਗੰਦੇ ਨੇ ਤਾਂ ਅੱਗੇ ਆਪਾਂ ਬਾਈਕ ਨੂੰ ਰਿਪੇਅਰ ਕਰਨ ਦੀ ਗੱਲ ਕਰਾਂਗੇ, ਤਾਂ ਇਹਦਾ ਮਤਲਬ ਰਿਪੇਅਰ ਹਜੇ ਚੱਲ ਰਹੀ ਹੈ। ਤਾਂ ਆਪਾਂ ਪ੍ਰੈਜੈਂਟ ਪਰਫੈਕਟ ਕੰਟੀਨਿਊਸ ਬਣਾਵਾਂਗੇ, ਆਈ ਹੈਵ ਬੀਨ ਰਿਪੇਅਰਿੰਗ ਮਾਈ ਬਾਈਕ। ਬਟ ਅਗਲੇ ਦੇ ਵਿੱਚ ਦੇਖੋ ਕੀ ਕਹਿ ਰਿਹਾ, ਇਸ ਦੇ ਵਿੱਚ ਕਹਿ ਰਿਹਾ ਹੈ ਮਾਈ ਬਾਈਕ ਇਜ਼ ਓਕੇ ਅਗੇਨ ਨਾਓ। ਮੇਰੀ ਬਾਈਕ ਹੁਣ ਦੁਬਾਰਾ ਓਕੇ ਹੋ ਗਈ। ਹੁਣ ਦੇਖੋ ਕੋਈ ਚੀਜ਼ ਮੰਨ ਲਓ ਬਾਈਕ ਦੀ ਰਿਪੇਅਰ ਕਰਨੀ ਸੀ, ਹੁਣ ਆਪਾਂ ਕਹਿੰਦੇ ਆ ਵੀ ਬਾਈਕ ਹੈ ਜਿਹੜੀ ਪੂਰੀ ਓਕੇ ਹੋ ਗਈ, ਇਹਦਾ ਮਤਲਬ ਰਿਪੇਅਰ ਦਾ ਕੰਮ ਹੈ ਜਿਹੜਾ ਉਹ ਕੰਪਲੀਟ ਹੋ ਗਿਆ, ਫਿਨਿਸ਼ ਹੋ ਗਿਆ। ਬਿਲਕੁਲ ਓਬਵੀਅਸ ਹੈ। ਫੇਰ ਹੀ ਕਹਾਂਗੇ ਆਪਾਂ ਵੀ ਜਿਹੜੀ ਮੇਰੀ ਬਾਈਕ ਹੈ ਹੁਣ ਓਕੇ ਹੋ ਗਈ, ਤਾਂ ਕਰਕੇ ਆਈ ਹੈਵ ਰਿਪੇਅਰਡ ਇਟ।
ਮੈਂ ਇਸ ਨੂੰ ਰਿਪੇਅਰ ਕਰ ਚੁੱਕਾ ਹਾਂ। ਬਟ ਇੱਥੇ ਕਹਿ ਰਿਹਾ ਸੀ ਇਹ ਵੀ ਮੇਰੇ ਹੱਥ ਹਲੇ ਡਰਟੀ ਨੇ, ਇਹਦਾ ਮਤਲਬ ਹਜੇ ਬਾਈਕ ਰਿਪੇਅਰ ਕੀਤੀ ਨਹੀਂ, ਹਜੇ ਕਰ ਰਿਹਾ, ਤਾਂ ਕਰਕੇ ਪ੍ਰੈਜੈਂਟ ਪਰਫੈਕਟ ਕੰਟੀਨਿਊਸ ਬਣ ਗਿਆ। ਇੱਥੇ ਕਹਿੰਦਾ ਮੇਰੀ ਬਾਈਕ ਹੈ ਜਿਹੜੀ ਓਕੇ ਹੋ ਗਈ ਦੁਬਾਰੇ ਬਿਲਕੁਲ, ਇਹਦਾ ਮਤਲਬ ਉਸਨੇ ਰਿਪੇਅਰ ਕਰ ਚੁੱਕਿਆ, ਹੋ ਕੰਪਲੀਟ ਹੋ ਗਿਆ ਕੰਮ। ਇਸੇ ਤਰ੍ਹਾਂ ਅਗਲੀ ਦੇਖੋ ਐਗਜ਼ਾਮਪਲ, ਅਗਲੀ ਦੇਖੋ, ਜੋ ਹੈਜ਼ ਬੀਨ ਈਟਿੰਗ ਟੂ ਮੱਚ ਰੀਸੈਂਟਲੀ, ਵੀ ਹੁਣ ਤੱਕ ਜਿਹੜਾ ਜੋ ਹੈ ਬਹੁਤ ਜ਼ਿਆਦਾ ਟੂ ਮੱਚ ਖਾਂਦਾ ਆ ਰਿਹਾ ਸੀ। ਹੀ ਸ਼ੁੱਡ ਈਟ ਲੈਸ, ਉਸ ਨੂੰ ਘੱਟ ਖਾਣਾ ਚਾਹੀਦਾ ਹੈ। ਠੀਕ ਹੈ, ਮਤਲਬ ਇੱਥੇ ਉਸਦੇ ਕੰਟੀਨਿਊਸ ਖਾਣ ਦੇ ਬਾਰੇ ਗੱਲ ਹੋ ਰਹੀ ਹੈ ਵੀ ਜੋ ਹੈਜ਼ ਬੀਨ ਈਟਿੰਗ ਟੂ ਮੱਚ ਰੀਸੈਂਟਲੀ, ਵੀ ਹੁਣ ਤੱਕ ਪਿਛਲੇ ਸਮੇਂ ਤੋਂ ਲੈ ਕੇ ਹੁਣ ਤੱਕ ਜੋ ਹੈ ਜਿਹੜਾ ਖਾਂਦਾ ਆ ਰਿਹਾ ਹੈ ਬਹੁਤ ਜ਼ਿਆਦਾ, ਉਸ ਨੂੰ ਘੱਟ ਖਾਣਾ ਚਾਹੀਦਾ। ਬਟ ਅਗਲੀ ਐਗਜ਼ਾਮਪਲ ਦੇ ਵਿੱਚ ਦੇਖੋ ਕੀ ਚੀਜ਼ ਹੈ, ਅਗਲੀ ਐਗਜ਼ਾਮਪਲ ਦੇ ਵਿੱਚ ਕਹਿ ਰਿਹਾ ਸਮਬਡੀ ਹੈਜ਼ ਈਟਨ ਆਲ ਦਾ ਚੋਕਲੇਟਸ, ਕਿਸੇ ਨੇ ਸਾਰੀਆਂ ਚੋਕਲੇਟਸ ਖਾ ਲਈਆਂ, ਮਤਲਬ ਕਿ ਪ੍ਰੈਜੈਂਟ ਪਰਫੈਕਟ ਹੋ ਗਿਆ ਨਾ। ਪ੍ਰੈਜੈਂਟ ਪਰਫੈਕਟ ਕਿਉਂ ਬਣਾਇਆ, ਕਿਉਂਕਿ ਅੱਗੇ ਵੀ ਦੇਖੋ ਕੀ ਕਹਿ ਰਿਹਾ, ਦ ਬਾਕਸ ਇਜ਼ ਐਮਟੀ, ਜਿਹੜਾ ਬਾਕਸ ਹੈ ਖਾਲੀ ਹੈ। ਹੁਣ ਮੰਨ ਲਓ ਬਾਕਸ ਦੇ ਵਿੱਚ ਕੋਈ ਚਾਕਲੇਟ ਪਈਆਂ ਸੀ, ਬਾਕਸ ਬਿਲਕੁਲ ਖਾਲੀ ਹੋ ਗਿਆ, ਤਾਂ ਆਪਾਂ ਕੀ ਕਹਾਂਗੇ ਵੀ ਕੋਈ ਬੰਦਾ ਜਿਹੜੀਆਂ ਚਾਕਲੇਟਸ ਨੇ ਉਹਨਾਂ ਨੂੰ ਖਾ ਚੁੱਕਿਆ, ਖਾਣ ਦਾ ਕੰਮ ਕੰਪਲੀਟ ਹੋ ਗਿਆ, ਕਿਉਂਕਿ ਬਾਕਸ ਖਾਲੀ ਹੋ ਗਿਆ, ਇਹਦਾ ਮਤਲਬ ਖਾਧੀਆਂ ਗਈਆਂ, ਕੰਪਲੀਟ ਹੋ ਗਿਆ, ਤਾਂ ਕਰਕੇ ਪ੍ਰੈਜੈਂਟ ਇੱਥੇ ਪਰਫੈਕਟ ਆ ਗਿਆ। ਇਹੀ ਚੀਜ਼ ਬਸ ਤੁਸੀਂ ਨੇ ਦੇਖਣੀ ਹੈ ਸੈਂਟੈਂਸਸ ਦੇ ਵਿੱਚ। ਜੇਕਰ ਸੈਂਟੈਂਸ ਦੇ ਵਿੱਚ ਠੀਕ ਹੈ ਕਿਸੇ ਕੰਮ ਦੇ ਫਿਨਿਸ਼ ਹੋਣ ਦੀ ਗੱਲ ਕੀਤੀ ਗਈ ਹੈ, ਕੰਪਲੀਟ ਹੋਣ ਦੀ ਗੱਲ ਕੀਤੀ ਗਈ ਹੈ, ਫਿਰ ਤਾਂ ਆਪਾਂ ਪ੍ਰੈਜੈਂਟ ਪਰਫੈਕਟ ਬਣਾਵਾਂਗੇ। ਜੇਕਰ ਕੰਮ ਕੰਪਲੀਟ ਹੋਣ ਦੀ ਗੱਲ ਨਹੀਂ ਕੀਤੀ ਗਈ, ਫਿਰ ਆਪਾਂ ਪ੍ਰੈਜੈਂਟ ਪਰਫੈਕਟ ਕੰਟੀਨਿਊਸ ਬਣਾਵਾਂਗੇ ਕਿ ਹਲੇ ਕੰਪਲੀਟ ਨਹੀਂ ਹੋਇਆ, ਪਿਛਲੇ ਸਮੇਂ ਤੋਂ ਹੁਣ ਤੱਕ ਕੰਮ ਚੱਲਦਾ ਆ ਰਿਹਾ ਹੈ। ਇਸ ਤਰ੍ਹਾਂ ਦੇਖੋ ਇਹਦੇ ਵਿੱਚ ਵੀ ਸੇਮ ਹੈ, ਵੀ ਯੂਜ਼, ਦੇਖੋ ਇੱਥੇ ਮੈਂ ਤੁਹਾਨੂੰ ਇੱਕ ਸਿੰਪਲ ਜਿਹੀ ਚੀਜ਼ ਦੱਸ ਦਿੰਦਾ, ਇੰਟੈਰੋਗੇਟਿਵ ਦੇ ਵਿੱਚ ਹੈ ਨਾ, ਇੰਟੈਰੋਗੇਟਿਵ ਦੇ ਵਿੱਚ ਜੇਕਰ ਹਾਊ ਲੌਂਗ ਆਉਂਦਾ, ਹਾਊ ਲੌਂਗ ਤੋਂ ਆਪਾਂ ਸਟਾਰਟ ਕਰਦੇ ਹਾਂ ਤਾਂ ਸਮਝ ਲਓ ਪ੍ਰੈਜੈਂਟ ਪਰਫੈਕਟ ਕੰਟੀਨਿਊਸ ਹੀ ਬਣੂਗਾ, ਬਿਲਕੁਲ ਸਿੰਪਲ ਜੀ ਗੱਲ ਹੈ। ਜੇਕਰ ਹਾਊ ਮੱਚ, ਹਾਊ ਮੈਨੀ ਜਾਂ ਫਿਰ ਹਾਊ ਮੈਨੀ ਟਾਈਮਸ ਆਉਂਦਾ ਤਾਂ ਪ੍ਰੈਜੈਂਟ ਪਰਫੈਕਟ ਬਣੂ। ਮੈਂ ਰਿਪੀਟ ਕਰ ਰਿਹਾ, ਜੇਕਰ ਹਾਊ ਲੌਂਗ ਤੋਂ ਸਟਾਰਟ ਹੁੰਦਾ ਇੰਟੈਰੋਗੇਟਿਵ, ਠੀਕ ਹੈ, ਫਿਰ ਪ੍ਰੈਜੈਂਟ ਪਰਫੈਕਟ ਕੰਟੀਨਿਊਸ ਹੀ ਬਣੂਗਾ। ਜੇਕਰ ਹਾਊ ਮੈਨੀ, ਹਾਊ ਮੱਚ, ਹਾਊ ਮੈਨੀ ਟਾਈਮਸ, ਫਿਰ ਪ੍ਰੈਜੈਂਟ ਪਰਫੈਕਟ ਹੀ ਬਣੂਗਾ, ਸਿੰਪਲ ਹੈ। ਜਿਸ ਤਰ੍ਹਾਂ ਦੇਖੋ, ਹਾਊ ਲੌਂਗ ਹੈਵ ਯੂ ਬੀਨ ਰੀਡਿੰਗ ਦੈਟ ਬੁੱਕ, ਵੀ ਤੁਸੀਂ ਇਹ ਬੁੱਕ ਕਿੰਨੇ ਸਮੇਂ ਤੋਂ ਪੜ੍ਹਦੇ ਆ ਰਹੇ ਹੋ, ਤਾਂ ਪ੍ਰੈਜੈਂਟ ਪਰਫੈਕਟ ਕੰਟੀਨਿਊਸ ਹੋ ਗਿਆ। ਬਟ ਇੱਧਰ ਦੇਖੋ, ਹਾਊ ਮੈਨੀ ਪੇਜਸ ਆਫ ਦੈਟ ਬੁੱਕ ਹੈਵ ਯੂ ਰੀਡ, ਵੀ ਇਸ ਬੁੱਕ ਦੇ ਤੁਸੀਂ ਕਿੰਨੇ ਪੇਜ ਪੜ੍ਹ ਚੁੱਕੇ ਹੋ। ਇੱਥੇ ਤਾਂ ਆਪਾਂ ਸਿੱਧੀ ਇੱਕ ਕਿਤਾਬ ਦੀ ਗੱਲ ਕਰ ਰਹੇ ਹਾਂ ਵੀ ਜਿਹੜੀ ਇਹ ਕਿਤਾਬ ਹੈ, ਠੀਕ ਹੈ, ਹਾਊ ਲੌਂਗ ਹੈਵ ਯੂ ਬੀਨ ਰੀਡਿੰਗ ਦੈਟ ਬੁੱਕ, ਵੀ ਇਸ ਕਿਤਾਬ ਨੂੰ ਕਿੰਨੇ ਸਮੇਂ ਤੋਂ ਪੜ੍ਹਦੇ ਆ ਰਹੇ ਹੋ, ਮਤਲਬ ਕਿਤਾਬ ਹਜੇ ਪੜ੍ਹ ਰਿਹਾ ਹੈ ਬਟ ਹਜੇ ਕਿਤਾਬ ਉਸਨੇ ਕੰਪਲੀਟ ਨਹੀਂ ਪੜ੍ਹੀ, ਪੂਰੀ ਕਿਤਾਬ ਦੀ ਗੱਲ ਹੋ ਰਹੀ ਹੈ ਵੀ ਕਿੰਨੇ ਸਮੇਂ ਤੋਂ ਕਿਤਾਬ ਪੜ੍ਹਦੇ ਆ ਰਹੇ ਹੋ। ਬਟ ਇੱਥੇ ਗੱਲ ਹੋ ਰਹੀ ਹੈ ਪੇਜਸ ਦੀ, ਕਿਉਂਕਿ ਮੰਨ ਲਓ ਜੇ ਉਸਨੇ ਅੱਧੀ ਕਿਤਾਬ ਵੀ ਪੜ੍ਹ ਦਿੱਤੀ ਬਟ ਪੂਰੀ ਕਿਤਾਬ ਤਾਂ ਪੜ੍ਹੀ ਨਹੀਂ ਗਈ, ਫਿਰ ਉਹ ਪ੍ਰੈਜੈਂਟ ਪਰਫੈਕਟ ਕੰਟੀਨਿਊਸ ਹੋ ਗਿਆ ਵੀ ਕਿੰਨੇ ਸਮੇਂ ਤੋਂ ਪੜ੍ਹਦੇ ਆ ਰਹੇ ਹੋ। ਬਟ ਜੇਕਰ ਆਪਾਂ ਪੇਜਸ ਦੀ ਗੱਲ ਕਰੀਏ ਤਾਂ ਜਿੰਨੇ ਪਿੱਛੇ ਪੇਜ ਉਸਨੇ ਪੜ੍ਹਤੇ ਤਾਂ ਉਹ ਤਾਂ ਕੰਪਲੀਟ ਹੋ ਚੁੱਕੇ ਨਾ, ਤਾਂ ਉੱਥੇ ਪ੍ਰੈਜੈਂਟ ਪਰਫੈਕਟ ਆ ਗਿਆ ਕਿ ਹਾਊ ਮੈਨੀ ਪੇਜਸ ਆਫ ਦੈਟ ਬੁੱਕ, ਵੀ ਇਸ ਬੁੱਕ ਦੇ ਕਿੰਨੇ ਪੇਜ ਹੈਵ ਯੂ ਰੀਡ, ਤੁਸੀਂ ਪੜ੍ਹ ਚੁੱਕੇ ਹੋ। ਠੀਕ ਹੈ, ਇੱਥੇ ਕੰਪਲੀਟ ਹੋਣ ਦੀ ਗੱਲ ਆ ਗਈ। ਅਗਲੀ ਐਗਜ਼ਾਮਪਲ ਦੇਖੋ, ਦੇ ਹੈਵ ਬੀਨ ਪਲੇਇੰਗ ਟੈਨਿਸ ਸਿੰਸ 2 o'clock, ਵੀ ਉਹ 2 ਵਜੇ ਤੋਂ ਟੈਨਿਸ ਖੇਡ ਰਹੇ ਹਨ। ਸਿੰਪਲ ਹੈ, ਪ੍ਰੈਜੈਂਟ ਪਰਫੈਕਟ ਕੰਟੀਨਿਊਸ ਹੈ, 2 ਵਜੇ ਤੋਂ ਟੈਨਿਸ ਖੇਡ ਰਹੇ ਹਨ, ਓਕੇ। ਬਟ ਇਸ ਦੇ ਵਿੱਚ ਲਿਖੋ ਦੇ ਹੈਵ ਪਲੇਡ ਟੈਨਿਸ, ਉਹ ਟੈਨਿਸ ਖੇਡ ਚੁੱਕੇ ਹਨ 3 times ਦਿਸ ਵੀਕ, ਵੀ ਇਸ ਹਫਤੇ ਦੇ ਵਿੱਚ ਉਹ 3 ਵਾਰ ਟੈਨਿਸ ਖੇਡ ਚੁੱਕੇ ਹਨ। ਇੱਥੇ ਕੰਮ ਕੰਪਲੀਟ ਹੋਣ ਦੀ ਗੱਲ ਹੋ ਰਹੀ ਹੈ ਵੀ 3 ਵਾਰ ਟੈਨਿਸ ਇਸ ਤੋਂ ਪਹਿਲਾਂ ਉਹ ਖੇਡ ਚੁੱਕੇ, ਬਟ ਇੱਥੇ ਆਪਾਂ ਇੱਕ ਟਾਈਮ ਦੇ ਰਹੇ ਹਾਂ ਸਿੰਸ 2 o'clock, ਵੀ 2 ਵਜੇ ਤੋਂ ਹਜੇ ਕੰਟੀਨਿਊਸ ਖੇਡਦੇ ਜਾ ਰਹੇ ਨੇ, ਇੱਥੇ ਕੰਮ ਕੰਟੀਨਿਊਸ ਹੋ ਰਿਹਾ। ਠੀਕ ਹੈ, ਆਈ ਹੋਪ ਕਿ ਇੰਨਾ ਕੁ ਤੁਹਾਨੂੰ ਸਮਝ ਆਇਆ, ਬਿਲਕੁਲ ਈਜ਼ੀ ਜਿਹਾ ਕੰਮ ਹੈ। ਅਗਲਾ ਦੇਖੋ, ਇਹਦੇ ਵਿੱਚ ਕੀ, ਅਗਲੇ ਦੇ ਵਿੱਚ ਆਪਾਂ ਇੱਕ 4 ਨੰਬਰ ਜਿਹੜੀ ਯੂਨਿਟ ਹੈ ਕੀਤੀ ਸੀ, ਠੀਕ ਹੈ, ਉਸ ਦੇ ਵਿੱਚ ਕੁਝ ਕੁ ਵਰਬ ਦੀ ਫਾਰਮਸ ਸੀਆਂ, ਜਿਸ ਤਰ੍ਹਾਂ ਨੋ ਹੋ ਗਿਆ। ਦੇਖੋ ਕੁਝ ਕੁ ਵਰਬ ਦੀਆਂ ਫਾਰਮਸ ਨੇ, ਜਿਸ ਤਰ੍ਹਾਂ ਨੋ, ਲਾਈਕ, ਸੀਮ, ਨੀਡ, ਬਿਲੋਂਗ। ਇਸ ਤੋਂ ਹੋਰ ਇਲਾਵਾ ਜੇ ਤੁਸੀਂ ਹੋਰ ਵਰਬ ਦੀ ਫਾਰਮਸ ਜਾਣਨਾ ਚਾਹੁੰਦੇ ਹੋ ਤਾਂ ਆਪਾਂ ਨੇ 4 ਨੰਬਰ ਯੂਨਿਟ ਹੈ ਜਿਹੜਾ ਉਸ ਦਾ A ਪਾਰਟ ਹੈ, ਉਸ ਦੇ ਵਿੱਚ ਇਹ ਵਰਬ ਦੀ ਫਾਰਮਸ ਨੇ ਜਿਹੜੀਆਂ ਲਿਖਵਾਈਆਂ ਸੀ ਤੁਹਾਨੂੰ। ਉਹ ਵਰਬ ਦੀ ਫਾਰਮਸ ਉਹ ਨੇ ਜਿਨ੍ਹਾਂ ਦੇ ਨਾਲ ਆਪਾਂ ਕੰਟੀਨਿਊਸ ਆਪਾਂ ਨਹੀਂ ਬਣਾਉਂਦੇ, ਮਤਲਬ ਕਿ ਜੇਕਰ ਤੁਹਾਨੂੰ ਵਰਬ ਦੀ ਫਾਰਮ ਨੋ ਆ ਜਾਂਦੀ ਹੈ, ਲਾਈਕ ਆ ਜਾਂਦੀ ਹੈ, ਸੀਮ ਆ ਜਾਂਦੀ ਹੈ, ਨੀਡ ਆ ਜਾਂਦੀ ਹੈ, ਬਿਲੋਂਗ ਆ ਜਾਂਦੀ ਹੈ, ਠੀਕ ਹੈ, ਤਾਂ ਆਪਾਂ ਪ੍ਰੈਜੈਂਟ ਪਰਫੈਕਟ ਕੰਟੀਨਿਊਸ ਨਹੀਂ ਬਣਾਵਾਂਗੇ। ਬੇਸ਼ੱਕ ਗੱਲ ਕਰੀ ਹੋਵੇ ਵੀ ਪਿਛਲੇ ਸਮੇਂ ਤੋਂ ਚੱਲਦੀ ਆ ਰਹੀ ਹੈ, ਬੇਸ਼ੱਕ ਇਹ ਗੱਲ ਹੋਵੇ, ਫਿਰ ਵੀ ਆਪਾਂ ਕੰਟੀਨਿਊ ਨਹੀਂ ਬਣਾਵਾਂਗੇ, ਪ੍ਰੈਜੈਂਟ ਪਰਫੈਕਟ ਹੀ ਬਣਾਵਾਂਗੇ, ਕਿਉਂਕਿ ਜਿਹੜੀਆਂ ਇਹ ਵਰਬ ਦੀਆਂ ਫਾਰਮਸ ਨੇ
ਇਹਨਾਂ ਦੇ ਨਾਲ ਕੰਟੀਨਿਊਸ ਆ ਜਿਹੜਾ ਉਹ ਨਹੀਂ ਬਣਦਾ ਸੈਂਟੈਂਸ। ਜਿਸ ਤਰ੍ਹਾਂ ਦੇਖੋ ਇੱਕ ਸੈਂਟੈਂਸ ਹੈ, ਆਈ ਹੈਵ ਨੋਨ ਅਬਾਊਟ ਦਾ ਪ੍ਰੋਬਲਮ, ਵੀ ਮੈਂ ਪ੍ਰੋਬਲਮ ਦੇ ਬਾਰੇ ਜਾਣੂ ਆ, ਮੈਨੂੰ ਪਤਾ ਹੈ ਪ੍ਰੋਬਲਮ ਦੇ ਬਾਰੇ, ਫॉर ਅ ਲੌਂਗ ਟਾਈਮ, ਵੀ ਲੰਬੇ ਸਮੇਂ ਤੋਂ ਮੈਨੂੰ ਇਸ ਪ੍ਰੋਬਲਮ ਦੇ ਬਾਰੇ ਪਤਾ ਹੈ। ਵੈਸੇ ਤਾਂ ਦੇਖੋ ਫॉर ਅ ਲੌਂਗ ਟਾਈਮ ਆ ਗਿਆ, ਆਪਾਂ ਕਹਾਂਗੇ ਵੀ ਲੰਬੇ ਸਮੇਂ ਤੋਂ ਇਸ ਬਾਰੇ ਮੈਨੂੰ ਜਾਣਕਾਰੀ ਹੈ, ਵੀ ਲੰਬੇ ਸਮੇਂ ਤੋਂ ਜਾਣਕਾਰੀ ਹੁੰਦੀ ਆ ਰਹੀ ਹੈ, ਬਟ ਫਿਰ ਵੀ ਆਪਾਂ ਇਸ ਨੂੰ ਆਈ ਹੈਵ ਬੀਨ ਨੋਇੰਗ ਨਹੀਂ ਬਣਾਵਾਂਗੇ। ਜਿਹੜੀਆਂ ਫਾਰਮਸ ਨੇ ਨੋ, ਲਾਈਕ, ਸੀਮ, ਨੀਡ, ਬਿਲੋਂਗ, ਇਹ ਸਾਰੀਆਂ ਜਿਹੜੀਆਂ ਫਾਰਮਸ ਨੇ ਇਹਨਾਂ ਦੇ ਨਾਲ ING ਫਾਰਮ ਹੈ ਜਿਹੜੀ ਉਹ ਨਹੀਂ ਲੱਗੇਗੀ। ਆਈ ਹੈਵ ਬੀਨ ਨੋਇੰਗ ਨਹੀਂ ਹੋਏਗਾ, ਆਈ ਹੈਵ ਨੋਨ, ਆਈ ਹੈਵ ਲਾਈਕਡ, ਆਈ ਹੈਵ ਸੀਮਡ, ਆਈ ਹੈਵ ਨੀਡਡ, ਠੀਕ ਹੈ, ਆਈ ਹੈਵ ਬਿਲੋਂਗਡ, ਇਸ ਤਰ੍ਹਾਂ ਬਣੇਗਾ। ਵੈਸੇ ਸਿੰਪਲ ਜੀ ਚੀਜ਼ ਹੈ, ਉਹ ਵਰਬ ਦੀ ਫਾਰਮਸ ਤੁਸੀਂ ਯਾਦ ਕਰ ਲੈਣੀਆਂ ਨੇ। ਇੱਕ ਚੀਜ਼ ਇਹਨਾਂ ਨੇ ਨੀਚੇ ਲਿਖ ਕੇ ਦਿੱਤੀ ਹੈ, ਬਟ ਮੈਂ ਇਸ ਦੇ ਬਾਰੇ ਕਹੂੰਗਾ ਕਿ ਜ਼ਿਆਦਾ ਧਿਆਨ ਬੇਸ਼ੱਕ ਨਾ ਹੀ ਦਿਓ, ਕੋਈ ਪ੍ਰੋਬਲਮ ਨਹੀਂ, ਇਹ ਤੁਹਾਨੂੰ ਨਹੀਂ ਆਵੇਗੀ। ਇੱਕ ਇਹਨਾਂ ਨੇ ਸਿੰਪਲ ਜੀ ਗੱਲ ਵੈਸੇ ਕਹੀ ਹੈ ਵੀ ਕਈ ਵਾਰ ਜਿਹੜੀ ਇਹਨਾਂ ਫਾਰਮਸ ਦੇ ਵਿੱਚੋਂ ਵਾਂਟ ਅਤੇ ਸੀਮ ਵੀ ਇਹਨਾਂ ਦੇ ਵਿੱਚ ਹੀ ਆਉਂਦੀ ਹੈ, ਵਾਂਟ ਅਤੇ ਮੀਨ ਜਿਹੜੀ ਵਰਬ ਦੀ ਫਾਰਮ ਹੈ ਉਹ ਵੀ ਇਹਨਾਂ ਦੇ ਵਿੱਚ ਹੀ ਆਉਂਦੀ ਹੈ। ਵਾਂਟ ਐਂਡ ਮੀਨ ਜਿਹੜੀਆਂ ਇਹ ਦੋ ਫਾਰਮਸ ਨੇ, ਵਾਂਟ ਐਂਡ ਮੀਨ, ਇਹਨਾਂ ਨੇ ਕਿਹਾ ਬਟ ਨੋਟ that you can use want and mean in the present perfect continuous, ਵੀ ਜਿਹੜੀਆਂ ਇਹ ਦੋ ਫਾਰਮਸ ਨੇ want ਅਤੇ mean, ਇਹਨਾਂ ਨੂੰ ਲੈ ਕੇ present perfect continuous ਬਣ ਸਕਦਾ ਹੈ। ਜਿਸ ਤਰ੍ਹਾਂ ਇੱਕ ਸੈਂਟੈਂਸ ਦਿੱਤਾ ਹੈ, I have been meaning to phone Anna but I keep forgetting, ਮਤਲਬ ਕਿ ਕਹਿਣਾ ਚਾਹ ਰਿਹਾ ਹੈ I have been meaning to phone Anna, ਵੀ ਮੈਂ ਐਨਾ ਨੂੰ ਜਿਹੜਾ ਫੋਨ ਹੈ ਉਹ ਕਰਨਾ ਚਾਹ ਰਿਹਾ, ਬਟ I keep forgetting, ਪਰ ਮੈਂ ਭੁੱਲਦਾ ਜਾ ਰਿਹਾ। ਠੀਕ ਹੈ, ਬਸ ਤੁਸੀਂ ਇਸ ਨੂੰ ਮੈਂ ਬ੍ਰੈਕਟ ਤਾਂ ਹੀ ਲਗਾਇਆ, ਇਸ ਤੇ ਤੁਸੀਂ ਕਾਟਾ ਲਗਾਓ। ਬਸ ਇਸ ਨੂੰ ਤੁਸੀਂ ਦਿਮਾਗ ਦੇ ਵਿੱਚ ਨਾ ਰੱਖੋ, ਜ਼ਿਆਦਾ ਗੱਲਾਂ ਨਾ ਭੁੱਲ ਜਾਓ। ਤੁਸੀਂ ਦਿਮਾਗ ਦੇ ਵਿੱਚ ਰੱਖੋ ਆਹ ਵਾਲਾ ਜਿਹੜਾ ਲਿਖਾਇਆ ਸਾਰਾ ਪੋਰਸ਼ਨ, ਆਹ ਵਾਲਾ, ਠੀਕ ਹੈ, ਹਾਊ ਲੌਂਗ ਵਾਲਾ ਪ੍ਰੈਜੈਂਟ ਪਰਫੈਕਟ ਕੰਟੀਨਿਊਸ, ਹਾਊ ਮੱਚ, ਹਾਊ ਮੈਨੀ ਟਾਈਮਸ ਤਾਂ ਪ੍ਰੈਜੈਂਟ ਪਰਫੈਕਟ। ਬਾਕੀ ਤੁਹਾਨੂੰ ਇੱਕ ਸਿੰਪਲ ਜੀ ਜਿਹੜੀ ਕੰਪਲੀਟ ਗੱਲ ਦੱਸੀ ਹੈ ਮੈਂ, ਤੇ ਪ੍ਰੈਜੈਂਟ ਪਰਫੈਕਟ ਕੰਟੀਨਿਊਸ ਕਦੋਂ ਬਣਾਉਣੇ ਆ, ਪ੍ਰੈਜੈਂਟ ਪਰਫੈਕਟ ਕਦੋਂ ਬਣਾਉਣਾ ਉਹ ਤੁਹਾਨੂੰ ਪਤਾ ਹੀ ਹੈ। ਜੇਕਰ ਕੰਟੀਨਿਊਸ ਚੱਲਦੀ ਆ ਰਹੀ ਹੈ ਕੋਈ ਕਿਰਿਆ ਪਿਛਲੇ ਸਮੇਂ ਤੋਂ, ਪ੍ਰੈਜੈਂਟ ਪਰਫੈਕਟ ਕੰਟੀਨਿਊਸ। ਜੇਕਰ ਪ੍ਰੈਜੈਂਟ ਦੇ ਵਿੱਚ ਕਿਸੇ ਕਿਰਿਆ ਦੇ ਕੰਪਲੀਟ ਹੋਣ ਬਾਰੇ, ਕਿਸੇ ਕਿਰਿਆ ਦੇ ਫਿਨਿਸ਼ ਹੋਣ ਦੇ ਬਾਰੇ ਗੱਲ ਕੀਤੀ ਗਈ ਹੈ, ਫਿਰ ਪ੍ਰੈਜੈਂਟ ਪਰਫੈਕਟ। ਬਾਕੀ ਕੁਝ ਕੇ ਫਾਰਮਸ ਨੇ ਜਿਨ੍ਹਾਂ ਦਾ ਕੰਟੀਨਿਊਸ ਫਾਰਮ ਨਹੀਂ ਬਣਦਾ, ਪ੍ਰੈਜੈਂਟ ਪਰਫੈਕਟ ਹੀ ਬਣੇਗਾ। ਬਸ ਇਹ ਚੀਜ਼ਾਂ ਤੁਸੀਂ ਨੋਟ ਕਰਕੇ ਰੱਖਿਓ। ਉਸ ਤੋਂ ਬਾਅਦ ਜਦੋਂ ਆਪਾਂ ਐਕਸਰਸਾਈਜ਼ਸ ਕਰਾਂਗੇ ਹੈ ਨਾ ਇਸ ਯੂਨਿਟ ਦੀਆਂ, ਤਾਂ ਉਦੋਂ ਵੀ ਜਦੋਂ ਮੈਂ ਤੁਹਾਨੂੰ ਟਰਾਂਸਲੇਟ ਕਰਾਂਗਾ ਕੱਲਾ ਸੈਂਟੈਂਸ, ਤੁਹਾਨੂੰ ਆਰਾਮ ਦੇ ਨਾਲ ਸਮਝ ਆਉਂਦਾ ਜਾਏਗਾ ਕਿ ਇਸ ਸੈਂਟੈਂਸ ਨੂੰ ਆਪਾਂ ਨੇ ਪ੍ਰੈਜੈਂਟ ਪਰਫੈਕਟ ਬਣਾਉਣਾ ਹੈ ਜਾਂ ਫਿਰ ਪ੍ਰੈਜੈਂਟ ਪਰਫੈਕਟ ਕੰਟੀਨਿਊਸ ਬਣਾਉਣਾ ਹੈ। ਐਂਡ ਅੱਗੇ ਹੁਣ ਆਪਣੀ ਇਸ ਯੂਨਿਟ ਦੀ ਫਸਟ ਜਿਹੜੀ ਆਪਣੀ ਐਕਸਰਸਾਈਜ਼ ਹੈ ਦੇਖੋ ਉਹ ਆਪਾਂ ਕਰਦੇ ਹਾਂ। ਕਰਨਾ ਕੀ ਹੈ, ਸਭ ਤੋਂ ਪਹਿਲਾਂ ਦੇਖੋ ਇਹਨਾਂ ਨੇ ਆਪਾਂ ਨੂੰ ਕੀ ਲਿਖਿਆ, ਮਤਲਬ ਕਿ ਆਪਾਂ ਨੂੰ ਦੱਸਿਆ ਕਿ ਕੀ ਕਰਨਾ ਹੈ। ਦੇਖੋ, ਰੀਡ ਦਾ ਸਿਚੁਏਸ਼ਨ ਪੜ੍ਹੋ ਐਂਡ ਕੰਪਲੀਟ ਦਾ ਸੈਂਟੈਂਸਸ, ਅਤੇ ਸੈਂਟੈਂਸ ਕੰਪਲੀਟ ਕਰੋ। ਠੀਕ ਹੈ, ਯੂਜ਼ ਦਾ ਵਰਬਸ ਇਨ ਬ੍ਰੈਕਟਸ, ਔਰ ਜਿਹੜੀਆਂ ਬ੍ਰੈਕਟਸ ਦੇ ਵਿੱਚ ਵਰਬਸ ਦਿੱਤੀਆਂ ਨੇ ਉਹਨਾਂ ਨੂੰ ਯੂਜ਼ ਕਰੋ। ਦੇਖੋ ਹੁਣ ਤੁਹਾਨੂੰ ਮੈਂ ਸਮਝਾਉਣਾ, ਜਿਸ ਤਰ੍ਹਾਂ ਇਹ ਫਸਟ ਸੈਂਟੈਂਸ ਹੈ, ਸੈਕੰਡ, ਥਰਡ, ਫੋਰਥ, ਠੀਕ ਹੈ, ਇਹਨਾਂ ਨੇ ਕੀ ਕਰਿਆ, ਸਾਰੇ ਹੀ ਸੈਂਟੈਂਸਸ ਦੇ ਵਿੱਚ ਪਹਿਲਾਂ ਆਪਾਂ ਨੂੰ ਇੱਕ ਸਿਚੁਏਸ਼ਨ ਇਹਨਾਂ ਨੇ ਦਿੱਤੀ ਹੈ, ਪੂਰਾ ਦੇਖੋ ਸੈਂਟੈਂਸ ਇੱਥੇ ਤੱਕ, ਉੱਥੋਂ ਲੈ ਕੇ ਇੱਥੇ ਤੱਕ ਇਹਨਾਂ ਨੇ ਪੂਰੀ ਸਿਚੁਏਸ਼ਨ ਦਿੱਤੀ ਹੈ। ਸਭ ਤੋਂ ਪਹਿਲਾਂ ਇਹ ਆਪਾਂ ਸਿਚੁਏਸ਼ਨ ਪੜ੍ਹਨੀ ਹੈ। ਜਦੋਂ ਆਪਾਂ ਇਹ ਸਿਚੁਏਸ਼ਨ ਪੂਰੀ ਪੜ੍ਹ ਲਈ, ਉਸ ਤੋਂ ਬਾਅਦ ਇਹਨਾਂ ਨੇ ਆਪਾਂ ਨੂੰ ਦੋ ਸੈਂਟੈਂਸ ਬਣਾਉਣ ਦੇ ਲਈ ਕਿਹਾ ਇਸ ਸਿਚੁਏਸ਼ਨ ਦੇ ਅਕੋਰਡਿੰਗ। ਪਹਿਲਾ ਹੋ ਗਿਆ, ਦੂਜਾ ਹੋ ਗਿਆ। ਇਹ ਜਿਹੜੇ ਸੈਂਟੈਂਸ ਆਪਾਂ ਬਣਾਉਣੇ ਨੇ ਇਹਨਾਂ ਨੂੰ ਆਪਾਂ ਇੱਥੇ ਫਿਲ ਕਰਨਾ, ਐਂਡ ਤੇ ਕੁਝ ਕੁ ਸ਼ਬਦ ਇਹਨਾਂ ਨੇ ਦਿੱਤੇ ਨੇ ਔਰ ਲਾਸਟ ਤੇ ਵਰਬ ਦਿੱਤੀ ਹੈ। ਇਸ ਵਰਬ ਨੂੰ ਆਪਾਂ ਨੇ ਯੂਜ਼ ਕਰਕੇ ਆਪਾਂ ਨੇ ਸੈਂਟੈਂਸ ਬਣਾਉਣੇ ਨੇ। ਜਾਂ ਤਾਂ ਪ੍ਰੈਜੈਂਟ ਪਰਫੈਕਟ ਕੰਟੀਨਿਊਸ ਬਣੇਗਾ ਜਾਂ ਫਿਰ ਪ੍ਰੈਜੈਂਟ ਪਰਫੈਕਟ ਬਣੇਗਾ। ਸਾਰਿਆਂ ਦੇ ਇਸ ਤਰ੍ਹਾਂ ਹੀ ਨੇ, ਦੋ ਸੈਂਟੈਂਸ ਨੇ। ਪਹਿਲਾਂ ਤਾਂ ਆਪਾਂ ਪੂਰੀ ਸਿਚੁਏਸ਼ਨ ਪੜ੍ਹਨੀ ਹੈ, ਪੂਰੀ ਸਿਚੁਏਸ਼ਨ ਪੜ੍ਹ ਕੇ ਉਸ ਤੋਂ ਬਾਅਦ ਇਹਨਾਂ ਨੇ ਆਪਾਂ ਨੂੰ ਦੋ ਸੈਂਟੈਂਸ ਬਣਾਉਣੇ ਦੱਸੇ ਨੇ। ਦੇਖੋ, ਪਹਿਲੇ ਦੇ ਵਿੱਚ ਵੀ ਦੋ ਸੈਂਟੈਂਸ ਬਣਾਉਣੇ ਨੇ ਆਪਾਂ ਨੇ ਇਹ ਸਿਚੁਏਸ਼ਨ ਦੇ ਅਕੋਰਡਿੰਗ, ਅਗਲੇ ਦੇ ਵਿੱਚ ਵੀ ਦੋ, ਅਗਲੇ ਦੇ ਵਿੱਚ ਵੀ ਦੋ, ਅਗਲੇ ਦੇ ਵਿੱਚ ਵੀ ਦੋ। ਇਹ ਜਿਹੜੇ ਦੋ ਸੈਂਟੈਂਸ ਨੇ ਇਹਨਾਂ ਦੇ ਵਿੱਚੋਂ ਹਰ ਇੱਕ ਸੈਂਟੈਂਸ ਦੇ ਵਿੱਚ, ਮਤਲਬ ਹਰ ਇੱਕ ਇਸ ਮੇਨ ਸੈਂਟੈਂਸ ਦੇ ਵਿੱਚੋਂ ਅੱਗੇ ਦੋ ਸੈਂਟੈਂਸ ਬਣਾਉਣੇ ਨੇ, ਇਹਦੇ ਵਿੱਚੋਂ ਵੀ ਦੋ ਜਿਹੜੇ ਇਹ ਦੋ ਬਣਾਉਣੇ ਨੇ। ਹਰ ਇੱਕ ਦੇ ਵਿੱਚ ਇੱਕ ਤਾਂ ਪ੍ਰੈਜੈਂਟ ਪਰਫੈਕਟ ਬਣੇਗਾ, ਇੱਕ ਪ੍ਰੈਜੈਂਟ ਪਰਫੈਕਟ ਕੰਟੀਨਿਊਸ ਬਣੇਗਾ। ਹੁਣ ਤੁਸੀਂ ਉੱਪਰਲੀ ਸਿਚੁਏਸ਼ਨ ਦੇ ਅਕੋਰਡਿੰਗ ਇਹ ਦੇਖਣਾ ਹੈ ਵੀ ਕਿਸ ਸੈਂਟੈਂਸ ਦੇ ਵਿੱਚ ਜਿਹੜੇ ਆਪਾਂ ਨੂੰ ਇਹਨਾਂ ਨੇ ਬਣਾਉਣੇ ਦਿੱਤੇ ਨੇ, ਕਿਸ ਸੈਂਟੈਂਸ ਦੇ ਵਿੱਚ ਪਿਛਲੇ ਸਮੇਂ ਤੋਂ ਕੋਈ ਜਿਹੜੀ ਕਿਰਿਆ, ਕੋਈ ਐਕਸ਼ਨ ਹੈ ਉਸ ਦੇ ਚੱਲਦੇ ਆਉਣ ਦੀ ਗੱਲ ਹੋ ਰਹੀ ਹੈ, ਔਰ ਕਿਸ ਸੈਂਟੈਂਸ ਦੇ ਵਿੱਚ ਕੋਈ ਜਿਹੜਾ ਕੰਮ ਹੈ ਉਸ ਦੇ ਫਿਨਿਸ਼ ਹੋਣ ਦੀ ਗੱਲ ਹੋ ਰਹੀ ਹੈ। ਜੇਕਰ ਫਿਨਿਸ਼ ਹੋਣ ਦੀ ਗੱਲ ਹੋ ਰਹੀ ਹੈ, ਕੰਪਲੀਟ ਹੋਣ ਦੀ, ਫਿਰ ਪ੍ਰੈਜੈਂਟ ਪਰਫੈਕਟ ਬਣਾਓ। ਜੇਕਰ ਕਿਸੇ ਕਿਰਿਆ ਦੇ ਚੱਲਦੇ ਆਉਣ ਦੀ ਗੱਲ ਹੋ ਰਹੀ ਹੈ, ਫਿਰ ਪ੍ਰੈਜੈਂਟ ਪਰਫੈਕਟ ਕੰਟੀਨਿਊਸ ਬਣਾਓ। ਬਿਲਕੁਲ ਤੁਹਾਨੂੰ ਈਜ਼ੀਲੀ ਪਤਾ ਚੱਲੇਗਾ ਜਦੋਂ ਸਿਚੁਏਸ਼ਨ ਪੂਰੀ ਪੜੋਗੇ।
देखो जिद्दां फस्ट है, फस्ट दे मेरे नाल पढ़ो। देखो फस्ट दे विच कह रहे ने टॉम स्टार्टड रीडिंग अ बुक 2 आवर्स अगो। टॉम ने 2 घंटे पहला एक किताब पढ़नी शुरू की। ठीक है, ही इज स्टिल रीडिंग इट, ते हले भी वो इसनूं पढ़ रहा है। टॉम कोल एक किताब है, 2 घंटे पहला उसने किताब पढ़नी शुरू की ते हले भी वो किताब नूं पढ़ रहा है प्रेजेंट तक। ठीक है, एंड नाउ ही इज ऑन पेज 53 ਅਤੇ ਹੁਣ ਉਹ ਉਸ किताब ਦੇ 53वें पेज ਤੇ है। सारी सिचुएशन अपनी समझ आ गई तुहाडे। टॉम ने 2 घंटे पहला एक किताब पढ़नी शुरू की सी ते हुण तक वो किताब पढ़ता आ रहा है। ठीक है, और उस किताब दे वो 53 नंबर पेज ते है, मतलब हले भी किताब पढ़ रहा है, 53 नंबर पेज ते वो हैगा। हुण देखो 2 सेंटेंस आपां ने बनाने ने। सब तो पहला सेंटेंस आपां बनाउणा, इन्हां ने पहलां आपां नूं खाली जगह देती, एंड ते कुछ क शब्द देते। फॉर 2 आवर्स पहले दे विच इन्हां ने आपां नूं शब्द दिता फॉर 2 आवर्स 2 घंटियां तो, और एंड ते आपां नूं वर्ब दिती है रीड। इहदा मतलब इत्थे आपां रीड यूज करांगे। हुण आपां की कहांगे, देखो बिल्कुल सिंपल है। इन्हां ने कहा फॉर 2 आवर्स रीड, सिर्फ पढ़न की गल हो रही है। और पढ़न के बारे आप उपर गल की है भी टॉम एक किताब पढ़नी टॉम ने स्टार्ट की तो 2 घंटिया तो पढ़ता आ रहा है तो हले भी पढ़ रहा है तो 53वें पेज पर है। आपू हूँ सिर्फ इन्होंने पढ़न की गल की है तो आप कहांगे भी टॉम 2 घंटिया तो पढ़ता आ रहा है। देखो 2 घंटिया तो फॉर 2 आवर्स, तो यह मतलब आप इत्थे की कहांगे जो टॉम है भी वो टॉम की जगह तो आप ही यूज कर लांगे भी वो 2 घंटिया तो पढ़ता आ रहा है। प्रेजेंट परफेक्ट कंटीन्यूअस बिल्कुल सिंपल है। देखो आप कहांगे ही हैज बीन, आप रीड वर्ब दी फॉर्म रीडिंग, प्रेजेंट परफेक्ट कंटीन्यूअस बनाता। देखो ही हैज बीन रीडिंग फॉर 2 आवर्स, बिल्कुल सिंपल है। बट हुण अगला देखो, अगले दे विच पहला खाली जगह एंड ते इन्हां ने दिता 53 पेजेस सोफा। इहदा मतलब हो गया 53 पेजेस सोफा। हुण तक 53 पेज, हुण तक 53 पेज, अगे आ गया रीड। हुण इहदा मतलब आपां की कहांगे, हुण तक 53 पेज, क्योंकि आप उपर पढ़िया सी भी वो 53वें पेज ते है। इहदा मतलब इत्थे आप कहांगे कि हुण तक भी उसने 2 घंटे पहला पढ़ना शुरू किया सी ते हुण तक वो 53 पेज पढ़ चुका है। तो हुण आप इह तां नहीं कहांगे तो हुण तक वो 53 पेज पढ़ता आ रहा है। 53 पेज पढ़ता आ रहा नहीं हैगा, किताब पढ़ता आ रहा है तो 53 पेज वो पढ़ चुके हैं। 53 पेज उसके कंप्लीट हो गए। हुण इत्थे कंप्लीट होने की गल हो रही है, इसलिए इत्थे आपां प्रेजेंट परफेक्ट बनावांगे। बिल्कुल सिंपल है। इत्थे आपां की कहांगे ही हैज, रीड दी थर्ड फॉर्म रीड ही हुंदी है। ही हैज रीड 53 पेजेस सोफा, ते हुण तक वो 53 पेज पढ़ चुके हैं। देखो ही हैज बीन रीडिंग फॉर 2 आवर्स, वो 2 घंटिया तो पढ़ता आ रहा है। ही हैज रीड 53 पेजेस सोफा, हुण तक उसने 53 पेज पढ़ दिते। आ गई ना समझ। अगला देखो दूसरा, रैचल इज फ्रॉम ऑस्ट्रेलिया। जी रैचल है वो ऑस्ट्रेलिया तो है। ठीक है, शी इज ट्रैवलिंग अराउंड यूरोप, वो यूरोप दे मतलब घूम रही है ना, यूरोप का टूर कढ़ रही है, मतलब कि ट्रैवल कर रही है। शी बिगन हर ट्रिप 3 मंथ्स अगो, जिहड़ा उसका यह ट्रिप है उसने 3 महीने पहला शुरू किया सीगा। समझ आ गई ना, वो ऑस्ट्रेलिया तो है, यूरोप का ट्रिप कढ़ रही है तो 3 महीने पहला उसने जो ट्रिप है शुरू किया सीगा। तो सब तो पहले दे विच इन्होंने कहा शी, अगे डैश आ गया, फॉर 3 मंथ्स ट्रैवल आ गया। यदा मतलब ओबवियस आपां की पता चल रहा है भी शी ओह फॉर 3 मंथ्स 3 महीनों तो ट्रैवल। हुण ओबवियस आप उपर भी पढ़ चुके हैं भी 3 महीनों तो ट्रैवल करती आ रही है, तो प्रेजेंट परफेक्ट कंटीन्यूअस बनू तो आएगा शी हैज़ बीन ट्रैवलिंग, शी हैज़ बीन ट्रैवलिंग फॉर 3 मंथ्स हो गया था। बट अगले दे विच की कह रहा है, अगे डैश आ गया, अगे कह रहा है 6 कंट्रीज सोफा। ਇਹਦਾ मतलब है विजिट, विजिट का मतलब पहुंचना, तो यह मतलब ये कह रहा है 6 कंट्रीज सोफा। हुण तक 6 कंट्रीज विजिट मतलब कि पहुंच भी हुण तक 6 कंट्रियां दे विच वो विजिट कर चुकी है। इत्थे प्रेजेंट परफेक्ट आऊगा, इत्थे काम कंप्लीट हो गया। इत्थे कंप्लीट होने की गल कर रहा है भी हुण तक 6 कंट्रियां दे विच जाण दा जिहड़ा उसदा काम है वो कंप्लीट हो गया। उपर कह रहा है भी वो 3 महीनों तो ट्रैवल कर रही है तो 6 कंट्रियां दे विच उसका जिहड़ा काम है विजिट करन दा वो कंप्लीट हो गया, इत्थे फिनिश हो गया। इत्थे प्रेजेंट परफेक्ट, इत्थे शी हैज़ विजिटेड, शी हैज़ विजिटेड 6 कंट्रीज सोफा। बिल्कुल ईजी है काम। देखो थर्ड,
ਪੈਟਰਿਕ ਇਜ਼ ਅ ਟੈਨਿਸ ਪਲੇਅਰ, ਇਹ ਨਾਮ ਹੈ ਕਿਸੇ ਦਾ, ਪੈਟਰਿਕ ਇਜ਼ ਅ ਟੈਨਿਸ ਪਲੇਅਰ, ਉਹ ਟੈਨਿਸ ਪਲੇਅਰ ਹੈ, ਠੀਕ ਹੈ। ਹੀ ਬਿਗਨ ਪਲੇਇੰਗ ਟੈਨਿਸ, ਉਸਨੇ ਟੈਨਿਸ ਖੇਡਣੀ ਸ਼ੁਰੂ ਕੀਤੀ ਵੈਨ ਹੀ ਵॉज 10 ਈਅਰਸ ओल्ड। याद रखियो एक टैनिस प्लेयर है ਅਤੇ ਉਸਨੇ ਟੈਨਿਸ ਹੈ ਜਿਹੜੀ ਉਹ ਖੇਡਣੀ, ਟੈਨਿਸ ਖੇਡਣੀ ਕਦੋਂ ਸਟਾਰਟ ਕੀਤੀ? ਹੀ ਵਾਜ਼ 10 ਈਅਰਸ 올ਡ, ਵੀ ਮਤਲਬ ਉਹ ਉਦੋਂ ਤੋਂ ਖੇਡਣ ਲੱਗਾ ਜਦੋਂ ਤੋਂ ਉਹ 10 ਸਾਲ ਦਾ। ਓਕੇ, ਅੱਗੇ ਦਿਸ ਈਅਰ ਹੀ ਵੌਨ ਦ ਨੈਸ਼ਨਲ ਚੈਂਪੀਅਨਸ਼ਿਪ ਅਗੇਨ, ਇਸ ਵਾਰ ਉਸਨੇ ਦੁਬਾਰਾ ਨੈਸ਼ਨਲ ਚੈਂਪੀਅਨਸ਼ਿਪ ਹੈ ਜਿਹੜੀ ਉਹ ਜਿੱਤ ਲਈ। ਫॉर द 4th टाइम, ਚੌਥੀ ਵਾਰ ਉਸਨੇ ਨੈਸ਼ਨਲ ਚੈਂਪੀਅਨ ਜਿੱਤ ਲਈ। ਓਕੇ, ਹੁਣ ਆ ਜਾਓ ਇਹ ਡੈਸ਼ ਜਿਹੜੀ ਆਪਾਂ ਹੁਣ ਕੰਪਲੀਟ ਕਰਨਾ ਹੈ। ਪਹਿਲਾਂ ਡੈਸ਼ ਆ ਗਿਆ, ਅੱਗੇ ਇਹਨਾਂ ਨੇ ਕੀ ਲਿਖਿਆ ਦੇਖੋ, ਦ ਨੈਸ਼ਨਲ ਚੈਂਪੀਅਨਸ਼ਿਪ 4 टाइम, ਅੱਗੇ ਆ ਗਿਆ ਵਿਨ। ਜਿਹੜੀ ਨੈਸ਼ਨਲ ਚੈਂਪੀਅਨ ਹੈ ਸ਼ਿਪ ਹੈ 4 ਵਾਰ। ਹੁਣ ਆਪਾਂ ਇੱਥੇ ਕੀ ਕਹਾਂਗੇ? ਹੁਣ ਆਪਾਂ ਇਹ ਥੋੜੀ ਕਹਾਂਗੇ ਵੀ ਉਹ 4 ਵਾਰ ਨੈਸ਼ਨਲ ਚੈਂਪੀਅਨਸ਼ਿਪ ਜਿੱਤਦਾ ਆ ਰਿਹਾ ਹੈ। ਜੇ ਮੰਨ ਲਓ ਕੋਈ ਖਿਡਾਰੀ ਹੈ, ਉਹ ਨੈਸ਼ਨਲ ਖੇਡਣ ਚਲਾ ਗਿਆ, ਨੈਸ਼ਨਲ ਚੈਂਪੀਅਨਸ਼ਿਪ ਖੇਡਣ ਚਲਾ ਗਿਆ, ਉਹ ਉੱਥੋਂ ਜਿੱਤ ਗਿਆ, ਤਾਂ ਆਪਾਂ ਕੀ ਕਹਾਂਗੇ ਵੀ ਉਹ ਨੈਸ਼ਨਲ ਚੈਂਪੀਅਨਸ਼ਿਪ ਜਿੱਤ ਚੁੱਕਾ ਹੈ ਪਹਿਲੀ ਵਾਰ। ਓਕੇ, ਦੂਸਰੀ ਵਾਰ ਖੇਡਣ ਗਿਆ, ਦੂਸਰੀ ਵਾਰ ਵੀ ਉਹ ਜਿੱਤ ਗਿਆ, ਤਾਂ ਆਪਾਂ ਕੀ ਕਹਾਂਗੇ? ਜਦੋਂ ਉਹ ਜਿੱਤ ਹੀ ਗਿਆ ਤਾਂ ਜਿੱਤਣ ਦਾ ਕੰਮ ਕੰਪਲੀਟ ਹੋ ਗਿਆ, ਤਾਂ ਆਪਾਂ ਕੀ ਕਹਾਂਗੇ ਵੀ ਉਹ 2 ਵਾਰ ਨੈਸ਼ਨਲ ਚੈਂਪੀਅਨਸ਼ਿਪ ਜਿੱਤ ਚੁੱਕਾ ਹੈ। ਇਹੀ ਕਹਾਂਗੇ ਨਾ, ਕੰਮ ਫਿਨਿਸ਼ ਹੋ ਗਿਆ, ਜਿੱਤ ਗਿਆ, 3 ਵਾਰ ਜਿੱਤ ਗਿਆ, 3 ਵਾਰ, ਇੱਥੇ 4 ਵਾਰ, ਤਾਂ ਇਹਦਾ ਮਤਲਬ ਹੈ ਦ ਨੈਸ਼ਨਲ ਚੈਂਪੀਅਨਸ਼ਿਪ 4 ਟਾਈਮਸ, ਵੀ 4 ਵਾਰ ਵਿਨ। ਵਿਨ ਮਤਲਬ ਜਿੱਤਣਾ, ਔਰ ਉੱਪਰ ਵੀ ਇਹਨਾਂ ਨੇ ਕਿਹਾ ਵੀ ਚੌਥੀ ਵਾਰ ਉਹ ਜਿੱਤ ਗਿਆ, ਤਾਂ ਇਹਦਾ ਮਤਲਬ ਇੱਥੇ ਆਪਾਂ ਕਹਾਂਗੇ ਵੀ ਉਹ 4 ਵਾਰ ਨੈਸ਼ਨਲ ਚੈਂਪੀਅਨਸ਼ਿਪ ਜਿੱਤ ਚੁੱਕਾ ਹੈ। ਕੰਪਲੀਟ ਹੋ ਗਿਆ, ਕੰਮ ਫਿਨਿਸ਼ ਹੋ ਗਿਆ, ਤਾਂ ਪ੍ਰੈਜ਼ੈਂਟ ਇੱਥੇ ਪਰਫੈਕਟ ਬਣੇਗਾ। ਤਾਂ ਆਪਾਂ ਇੱਥੇ ਕਹਾਂਗੇ ਹੀ ਹੈਜ਼ ਵੌਨ, ਹੀ ਹੈਜ਼ ਵੌਨ ਦ ਨੈਸ਼ਨਲ ਚੈਂਪੀਅਨਸ਼ਿਪ 4 ਟਾਈਮਸ, 4 ਵਾਰ ਨੈਸ਼ਨਲ ਚੈਂਪੀਅਨਸ਼ਿਪ ਜਿੱਤ ਚੁੱਕਾ ਹੈ। ਬਟ ਅਗਲੇ ਦੇ ਵਿੱਚ ਦੇਖੋ, ਅਗਲੇ ਦੇ ਵਿੱਚ ਕੀ ਕਹਿ ਰਿਹਾ? ਸਿੰਸ ਹੀ ਵਾਜ਼ 10, ਜਦੋਂ ਉਹ 10 ਸਾਲ ਦੀ ਉਮਰ ਤੋਂ, ਸਿੰਸ ਹੀ ਵਾਜ਼ 10, ਵੀ 10 ਸਾਲ ਦੀ ਉਮਰ ਤੋਂ ਪਲੇ ਹੁੰਦਾ ਖੇਡਣਾ। ਇੱਥੇ ਆਪਾਂ ਉਹਦੇ ਬਾਰੇ ਦੱਸਦੇ ਹਾਂ ਵੀ 10 ਸਾਲ ਦੀ ਉਮਰ ਤੋਂ ਖੇਡਦਾ ਆ ਰਿਹਾ ਹੈ। ਦੇਖੋ ਉੱਪਰ ਵੀ ਕਿਹਾ ਸੀ ਹੀ ਬਿਗਨ ਪਲੇਇੰਗ, ਉਸਨੇ ਖੇਡਣਾ ਸਟਾਰਟ ਕੀਤਾ ਟੈਨਿਸ ਵੈਨ ਹੀ ਵਾਜ਼ 10 ਈਅਰਸ 올ਡ, ਜਦੋਂ ਉਹ 10 ਸਾਲ ਦੀ ਉਮਰ ਦਾ ਸੀ। ਤਾਂ ਉੱਪਰ ਤਾਂ ਆਪਾਂ ਨੇ ਕੰਮ ਕੰਪਲੀਟ ਹੋ ਦੱਸਿਆ ਵੀ 4 ਵਾਰ ਚੈਂਪੀਅਨਸ਼ਿਪ ਜਿੱਤ ਚੁੱਕਾ ਹੈ, ਤਾਂ ਨੀਚੇ ਆਪਾਂ ਦੱਸ ਰਹੇ ਹਾਂ ਵੀ ਉਹ ਖੇਡ ਕਦੋਂ ਤੋਂ ਰਿਹਾ? 10 ਸਾਲ ਦੀ ਉਮਰ ਤੋਂ ਖੇਡਦਾ ਆ ਰਿਹਾ, ਵੀ ਜਦੋਂ ਤੋਂ 10 ਸਾਲ ਦਾ ਸੀ, ਪਾਸਟ ਦੀ ਗੱਲ ਕਰ ਰਿਹਾ, ਵੀ ਉਦੋਂ ਤੋਂ ਹੁਣ ਤੱਕ ਖੇਡਦਾ ਆ ਰਿਹਾ। ਤਾਂ ਇਹ ਬਣੇਗਾ ਪ੍ਰੈਜ਼ੈਂਟ ਪਰਫੈਕਟ ਕੰਟੀਨਿਊਸ। ਗੱਲ ਸਮਝ ਆ ਗਈ ਨਾ? ਤਾਂ ਇੱਥੇ ਆਏਗਾ ਹੀ ਹੈਜ਼ ਬੀਨ ਪਲੇਇੰਗ, ਹੀ ਹੈਜ਼ ਬੀਨ ਪਲੇਇੰਗ ਸਿੰਸ ਹੀ ਵਾਜ਼ 10। ਕਲੀਅਰ ਹੈ? ਦੇਖੋ ਚੌਥਾ, ਵੈਨ ਦੇ ਲੈਫਟ ਕਾਲਜ, ਜਦੋਂ ਉਹਨਾਂ ਨੇ ਕਾਲਜ ਛੱਡਿਆ, ਲੀਜ਼ਾ ਐਂਡ ਸੂਈ, ਲੀਜ਼ਾ ਤੇ ਸੂਈ 2 ਜਣੇ ਨੇ ਸਟਾਰਟਡ ਮੇਕਿੰਗ ਫਿਲਮਸ, ਉਹਨਾਂ ਨੇ ਫਿਲਮ ਬਣਾਉਣਾ ਸਟਾਰਟ ਕਰਤਾ। ਵੀ ਜਦੋਂ ਤੋਂ ਉਹਨਾਂ ਨੇ ਕਾਲਜ ਛੱਡਿਆ ਲੀਜ਼ਾ ਤੇ ਸੂਈ ਨੇ, ਉਹਨਾਂ ਨੇ ਫਿਲਮਸ ਬਣਾਉਣੀਆਂ ਸਟਾਰਟ ਕਰ ਦਿੱਤੀਆਂ। ਟੂਗੈਦਰ, ਇਕੱਠੀਆਂ। ਦੇ ਸਟਿਲ ਮੇਕ ਫਿਲਮਸ, ਹੁਣ ਵੀ ਉਹ ਫਿਲਮਸ ਨੇ ਜਿਹੜੇ ਬਣਾਉਂਦੇ ਨੇ। ਗੱਲ ਸਮਝ ਆ ਗਈ? ਲੀਜ਼ਾ ਤੇ ਸੂਈ 2 ਜਣੇ ਨੇ, ਕਹਿੰਦੇ ਜਦੋਂ ਤੋਂ ਉਹਨਾਂ ਨੇ ਕਾਲਜ ਛੱਡਿਆ ਉਹਨਾਂ ਨੇ ਫਿਲਮ ਬਣਾਉਣੀ ਸਟਾਰਟ ਕਰਤੀ ਤੇ ਹਲੇ ਵੀ ਉਹ ਫਿਲਮਾਂ ਬਣਾ ਰਹੇ ਨੇ। ਓਕੇ, ਹੁਣ ਦੇਖੋ ਪਹਿਲਾ ਸੈਂਟੈਂਸ, ਦੇ ਡੈਸ਼ ਆ ਗਿਆ, ਫਿਲਮਸ ਸਿੰਸ ਦੇ ਲੈਫਟ ਕਾਲਜ। ਦੇਖੋ ਇਹਨਾਂ ਨੇ ਸਿਰਫ ਕਿਹਾ ਦੇ ਫਿਲਮਸ ਸਿੰਸ ਦੇ ਲੈਫਟ ਕਾਲਜ, ਅੱਗੇ ਆ ਗਿਆ ਮੇਕ। ਇਹਦਾ ਮਤਲਬ ਆਪਾਂ ਕੀ ਕਹਾਂਗੇ? ਇਹਦਾ ਮਤਲਬ ਇੱਥੇ ਆਪਾਂ ਇਹ ਕਹਿ ਰਹੇ ਹਾਂ ਦੇ ਮੇਕ ਫਿਲਮਸ ਸਿੰਸ ਦੇ ਲੈਫਟ ਕਾਲਜ, ਮਤਲਬ ਕਿ ਉਹ ਫਿਲਮਸ ਬਣਾ ਰਹੇ ਨੇ ਸਿੰਸ ਦੇ ਲੈਫਟ ਕਾਲਜ, ਵੀ ਜਦੋਂ ਤੋਂ ਉਹਨਾਂ ਨੇ ਕਾਲਜ ਛੱਡਿਆ ਉਦੋਂ ਤੋਂ ਉਹ ਫਿਲਮਾਂ ਬਣਾਉਂਦੇ ਆ ਰਹੇ ਨੇ। ਦੇਖੋ ਤੇ ਇੱਥੇ ਕਹਾਂਗੇ ਦੇ ਹੈਵ ਬੀਨ ਮੇਕਿੰਗ, ਇੱਥੇ ਆਈ ਗਿਆ, ਚਲੋ ਫਿਲਮਸ ਆ ਗਏ। ਦੇ ਹੈਵ ਬੀਨ ਮੇਕਿੰਗ ਫਿਲਮਸ, ਉਹ ਫਿਲਮਸ ਬਣਾਉਂਦੇ ਆ ਰਹੇ ਨੇ ਸਿੰਸ ਦੇ ਲੈਫਟ ਕਾਲਜ, ਜਦੋਂ ਤੋਂ ਉਹਨਾਂ ਨੇ ਕਾਲਜ ਛੱਡਿਆ। ਇਹ ਆ ਗਿਆ ਪ੍ਰੈਜ਼ੈਂਟ ਪਰਫੈਕਟ ਕੰਟੀਨਿਊਸ। ਬਟ ਅਗਲਾ ਦੇਖੋ, ਇਹਦੇ ਵਿੱਚ ਕਨਫਿਊਜ਼ ਨਹੀਂ ਹੋਣਾ, ਅਗਲੇ ਦੇ ਵਿੱਚ ਵੀ ਅੱਗੇ ਡੈਸ਼ ਆ ਗਿਆ, ਮਤਲਬ ਦੇ ਹੀ ਆਏਗਾ ਅੱਗੇ ਤਾਂ, ਹਨਾ, ਇਹਦੇ ਵਿੱਚ ਕਨਫਿਊਜ਼ ਨਹੀਂ ਹੋਣਾ। ਦੇ ਉਸ ਤੋਂ ਬਾਅਦ ਡੈਸ਼। ਦੇਖੋ 5 ਫਿਲਮਸ ਸਿੰਸ ਦੇ ਲੈਫਟ ਕਾਲਜ। ਹੁਣ ਇੱਥੇ ਵੀ ਕਈ ਸਟੂਡੈਂਟ ਇਹ ਨਾ ਸੋਚਣ ਕਿ ਇੱਥੇ ਆ ਗਿਆ ਸਿੰਸ ਦੇ ਲੈਫਟ ਕਾਲਜ, ਵੀ ਜਦੋਂ ਤੋਂ ਉਹਨਾਂ ਨੇ ਕਾਲਜ ਛੱਡਿਆ, ਇੱਥੇ ਵੀ ਮੇਕ ਹੈ, ਇੱਥੇ ਵੀ ਕਰ ਦਾਂਗੇ ਦੇ ਹੈਵ ਬੀਨ ਮੇਕਿੰਗ 5 ਫਿਲਮਸ ਸਿੰਸ ਦੇ ਹੈਵ ਲੈਫਟ ਕਾਲਜ। ਬਟ ਅੱਗੇ 5 ਫਿਲਮਸ ਆ ਗਿਆ ਨਾ, ਹੁਣ ਉਹਨਾਂ ਨੇ 5 ਫਿਲਮਾਂ ਬਣਾਈਆਂ, ਇਹਦਾ ਮਤਲਬ ਇੱਥੇ ਇਹ ਗੱਲ ਕਹੀ ਜਾ ਰਹੀ ਹੈ ਵੀ ਜਦੋਂ ਤੋਂ ਉਹਨਾਂ ਨੇ ਕਾਲਜ ਛੱਡਿਆ ਉਦੋਂ ਤੋਂ ਲੈ ਕੇ ਹੁਣ ਤੱਕ ਉਹ 5 ਫਿਲਮਾਂ ਬਣਾ ਚੁੱਕੇ ਹਨ, ਵੀ 5 ਫਿਲਮਾਂ ਕੰਪਲੀਟ ਕਰਤੀਆਂ।
ਹੁਣ ਆਪਾਂ ਇਹ ਥੋੜੀ ਕਹਾਂਗੇ ਵੀ ਜਦੋਂ ਤੋਂ ਉਹਨਾਂ ਨੇ ਕਾਲਜ ਛੱਡਿਆ ਉਦੋਂ ਤੋਂ ਉਹ 5 ਫਿਲਮਾਂ ਬਣਾਉਂਦੇ ਆ ਰਹੇ ਹਨ, 5 ਫਿਲਮਾਂ ਬਣਾਉਂਦੇ ਆ ਰਹੇ ਹਨ, ਤਾਂ ਕੋਈ ਗੱਲ ਹੀ ਨਹੀਂ ਬਣੀ। ਠੀਕ ਹੈ, 5 ਫਿਲਮਾਂ ਬਣਾ ਚੁੱਕੇ ਹਨ। ਹਾਂ, ਇੱਥੇ ਗੱਲ ਬਣੀ ਹੈ ਵੀ ਜਦੋਂ ਤੋਂ ਕਾਲਜ ਛੱਡਿਆ ਉਦੋਂ ਤੋਂ ਫਿਲਮਾਂ ਬਣਾਉਂਦੇ ਆ ਰਹੇ ਹਨ। 5 ਫਿਲਮਾਂ ਬਣਾਉਂਦੇ ਆ ਰਹੇ ਨਹੀਂ, 5 ਫਿਲਮਾਂ ਤਾਂ ਕੰਪਲੀਟ ਹੋ ਗਈਆਂ। ਤਾਂ ਇੱਥੇ ਆਪਾਂ ਕਹਾਂਗੇ ਦੇ ਹੈਵ ਮੇਡ 5 ਫਿਲਮਸ ਸਿੰਸ ਦੇ ਲੈਫਟ ਕਾਲਜ। ਥੋੜੀ ਜੀ ਨਾ ਸੈਂਸ ਦੀ ਜ਼ਰੂਰਤ ਹੈ। ਜਦੋਂ ਪੜ੍ਹੋਗੇ, ਜਦੋਂ ਪੜ੍ਹਦੇ ਆ ਉਸ ਨੂੰ ਟਰਾਂਸਲੇਟ ਕਰਦੇ ਆ, ਥੋੜੀ ਜੀ ਸੈਂਸ ਦੀ ਸੋਚਣ ਦੀ ਜ਼ਰੂਰਤ ਹੈ। ਆਪਣੇ ਆਪ ਦਿਮਾਗ ਦੇ ਵਿੱਚ ਦੇਖੋ ਆਉਂਦਾ। ਮੈਂ ਵੀ ਤਾਂ ਤੁਹਾਨੂੰ ਸਾਰੀ ਟਰਾਂਸਲੇਟ ਕਰਕੇ ਦੱਸਿਆ ਕਿਸ ਤਰ੍ਹਾਂ ਪ੍ਰੈਜ਼ੈਂਟ ਪਰਫੈਕਟ ਆਏਗਾ, ਕਿਸ ਤਰ੍ਹਾਂ ਪ੍ਰੈਜ਼ੈਂਟ ਪਰਫੈਕਟ ਕੰਟੀਨਿਊਸ ਆਏਗਾ। ਸੋ ਇਹਨੂੰ ਪ੍ਰੈਕਟਿਸ ਕਰਨਾ ਬਾਰ-ਬਾਰ, ਪ੍ਰੈਕਟਿਸ ਦੇ ਨਾਲ ਹੀ ਤੁਹਾਨੂੰ ਸਮਝ ਆਏਗੀ। ਸੋ ਇਹ ਸੀ ਆਪਣੀ ਇਸ ਯੂਨਿਟ ਦੀ ਆਪਣੀ ਜਿਹੜੀ ਐਕਸਰਸਾਈਜ਼ ਫਸਟ। ਐਂਡ ਇਸ ਤੋਂ ਅੱਗੇ ਆਪਣੀ ਇਸ ਯੂਨਿਟ ਦੀ ਸੈਕੰਡ ਜਿਹੜੀ ਆਪਣੀ ਐਕਸਰਸਾਈਜ਼ ਆ, ਦੇਖੋ ਉਹ ਆਪਾਂ ਕਰਦੇ ਹਾਂ। ਇਸ ਦੇ ਵਿੱਚ ਵੀ ਸੇਮ ਚੀਜ਼ ਹੈ। ਆਪਾਂ ਨੇ ਕਰਨਾ ਕੀ ਹੈ, ਦੇਖੋ ਆਸਕ ਕੁਐਸਚਨਸ ਯੂਜ਼ਿੰਗ ਦ ਵਰਡਸ ਇਨ ਬ੍ਰੈਕਟਸ। ਕਹਿੰਦੇ ਕੁਐਸਚਨ ਪੁੱਛੋ ਜਿਹੜੇ ਬ੍ਰੈਕਟ ਦੇ ਵਿੱਚ ਸ਼ਬਦ ਲਿਖੇ ਨੇ ਉਹਨਾਂ ਨੂੰ ਯੂਜ਼ ਕਰੋ। ਯੂਜ਼ ਦਾ ਪ੍ਰੈਜ਼ੈਂਟ ਪਰਫੈਕਟ ਕੰਟੀਨਿਊਸ ਜਾਂ ਫਿਰ ਪ੍ਰੈਜ਼ੈਂਟ ਪਰਫੈਕਟ ਸਿੰਪਲ। ਹੁਣ ਆਪਾਂ ਨੇ ਕਰਨਾ ਕੀ ਹੈ, ਦੇਖੋ ਇਹ ਸੈਂਟੈਂਸ ਨੇ ਆਪਾਂ ਨੂੰ 7, ਪਹਿਲਾਂ ਇਹਨਾਂ ਨੇ ਇੱਕ ਸਿਚੁਏਸ਼ਨ ਆਪਾਂ ਨੂੰ ਦੇਤੀ, ਇਹ ਪੜ੍ਹਨੀ ਹੈ। ਇਹ ਸਿਚੁਏਸ਼ਨ ਪੜ੍ਹ ਕੇ ਉਸ ਤੋਂ ਬਾਅਦ ਇਹਨਾਂ ਨੇ ਹਰ ਇੱਕ ਦੇ ਵਿੱਚ, ਦੇਖੋ ਹਰ ਇੱਕ ਦੇ ਵਿੱਚ ਨੀਚੇ ਹਰ ਇੱਕ ਸੈਂਟੈਂਸ ਤੋਂ ਬਾਅਦ ਆਪਾਂ ਨੂੰ ਬ੍ਰੈਕਟ ਦੇ ਵਿੱਚ ਕੁਝ ਸ਼ਬਦ ਨੇ ਜਿਹੜੇ ਉਹ ਦਿੱਤੇ ਨੇ। ਇਹਨਾਂ ਸ਼ਬਦਾਂ ਦੇ ਆਧਾਰ ਤੇ ਆਪਾਂ ਨੇ ਕੁਐਸਚਨਿੰਗ ਕਰਨੀ ਹੈ, ਆਪਾਂ ਨੇ ਕੁਐਸਚਨ ਪੁੱਛਣਾ। ਹੁਣ ਜਿਹੜਾ ਆਪਾਂ ਨੇ ਕੁਐਸਚਨ ਪੁੱਛਣਾ ਹੈ, ਜਿਹੜੇ ਬ੍ਰੈਕਟ ਦੇ ਵਿੱਚ ਇਹ ਸ਼ਬਦ ਲਿਖੇ ਨੇ, ਆਪਾਂ ਨੂੰ ਇਹਨਾਂ ਸ਼ਬਦਾਂ ਦੇ ਲਿਖਣ ਤੋਂ ਹੀ ਪਤਾ ਚੱਲ ਜਾਏਗਾ ਕਿ ਪ੍ਰੈਜ਼ੈਂਟ ਪਰਫੈਕਟ ਕੰਟੀਨਿਊਸ ਬਣੇਗਾ ਜਾਂ ਫਿਰ ਪ੍ਰੈਜ਼ੈਂਟ ਪਰਫੈਕਟ। ਵੀ ਆਪਾਂ ਕਿਸੇ ਤੋਂ ਕਿਸੇ ਕੰਮ ਦੇ ਕੰਪਲੀਟ ਹੋਣ ਬਾਰੇ ਪੁੱਛ ਰਹੇ ਹਾਂ ਜਾਂ ਫਿਰ ਆਪਾਂ ਕਿਸੇ ਤੋਂ ਕਿਸੇ ਕਿਰਿਆ ਦੇ ਚਲਦੇ ਆਉਣ ਰਹੇ ਬਾਰੇ ਪੁੱਛ ਰਹੇ ਹਾਂ। ਬਿਲਕੁਲ ਸਿੰਪਲ ਹੈ। ਇੱਕ ਚੀਜ਼ ਯਾਦ ਰੱਖਿਓ, ਮੈਂ ਤੁਹਾਨੂੰ ਦੱਸਿਆ ਸੀ ਜੇਕਰ ਹਾਊ ਲੌਂਗ ਤੋਂ ਸਟਾਰਟ ਹੁੰਦਾ ਕੁਐਸਚਨ ਤਾਂ ਪ੍ਰੈਜ਼ੈਂਟ ਪਰਫੈਕਟ ਕੰਟੀਨਿਊਸ ਹੀ ਬਣੇਗਾ। ਜੇਕਰ ਹਾਊ ਮਚ, ਹਾਊ ਮੈਨੀ ਟਾਈਮਸ ਤੋਂ ਸਟਾਰਟ ਹੁੰਦਾ ਫਿਰ ਆਪਣਾ ਪ੍ਰੈਜ਼ੈਂਟ ਪਰਫੈਕਟ ਬਣੇਗਾ। ਬਾਕੀ ਸੈਂਸ ਵੀ ਦੱਸੇਗੀ, ਦੇਖੋ ਕਿਸ ਤਰ੍ਹਾਂ ਦੱਸੇਗੀ, ਧਿਆਨ ਨਾਲ ਦੇਖੋ। ਪਹਿਲਾ ਇਹ ਕਹਿ ਰਿਹਾ ਹੈ ਯੂ ਹੈਵ ਅ ਫਰੈਂਡ। ਠੀਕ ਹੈ, ਤੁਹਾਡਾ ਇੱਕ ਦੋਸਤ ਹੈ ਹੂ ਇਜ਼ ਲਰਨਿੰਗ ਅਰਬਿਕ, ਜਿਹੜਾ ਕਿ ਅਰਬਿਕ ਸਿੱਖ ਰਿਹਾ ਹੈ। ਯੂ ਆਸਕ, ਹੁਣ ਤੁਸੀਂ ਉਸ ਤੋਂ ਕੀ ਪੁੱਛ ਰਹੇ ਹੋ? ਆਪਣਾ ਇੱਕ ਦੋਸਤ ਹੈ ਉਹ ਅਰਬਿਕ ਸਿੱਖ ਰਿਹਾ ਹੈ, ਤਾਂ ਹੁਣ ਆਪਾਂ ਉਸ ਤੋਂ ਕੁਐਸਚਨ ਪੁੱਛ ਰਹੇ ਹਾਂ। ਆਪਾਂ ਕੀ ਪੁੱਛ ਰਹੇ ਹਾਂ? ਹਾਊ ਲੌਂਗ ਲਰਨ ਅਰਬਿਕ। ਦੇਖੋ ਸਿੰਪਲ ਪਤਾ ਚੱਲਦਾ ਹੈ। ਆਪਾਂ ਉਸ ਤੋਂ ਇਹਦਾ ਮਤਲਬ ਪੁੱਛ ਰਹੇ ਹਾਂ ਹਾਊ ਲੌਂਗ ਲਰਨ ਅਰਬਿਕ। ਆਪਾਂ ਉਸ ਤੋਂ ਇਹ ਪੁੱਛ ਰਹੇ ਹਾਂ ਵੀ ਤੂੰ ਅਰਬਿਕ ਕਿੰਨੇ ਸਮੇਂ ਤੋਂ ਸਿੱਖ ਰਿਹਾ ਹੈ, ਮਤਲਬ ਕਿ ਅਰਬਿਕ ਕਿੰਨੇ ਸਮੇਂ ਤੋਂ ਸਿੱਖਦਾ ਆ ਰਿਹਾ ਹੈ। ਤਾਂ ਪ੍ਰੈਜ਼ੈਂਟ ਪਰਫੈਕਟ ਕੰਟੀਨਿਊਸ ਬਣੂਗਾ। और ਜਿਹੜਾ ਆਪਣਾ ਸਬਜੈਕਟ ਹੋਊਗਾ ਆਲਵੇਜ਼, ਕਿਉਂਕਿ ਆਪਾਂ ਪੁੱਛ ਰਹੇ ਹਾਂ ਆਪਣੇ ਦੋਸਤ ਤੋਂ ਤਾਂ ਯੂ ਹੀ ਹੋਏਗਾ, ਤਾਂ ਯੂ ਨਾਲ ਲੱਗੇਗਾ ਹੈਵ। ਹੈਵ ਤੋਂ ਵੀ ਪਹਿਲਾਂ WH ਫੈਮਿਲੀ ਹਾਊ ਲੌਂਗ ਆਏਗਾ। ਸਭ ਤੋਂ ਪਹਿਲਾਂ ਆਏਗਾ ਹਾਊ ਲੌਂਗ, ਹਾਊ ਲੌਂਗ ਕਿਉਂਕਿ ਇੰਟੈਰੋਗੇਟਿਵ ਹੈ, ਪਹਿਲਾਂ ਹੈਵ ਫਿਰ ਯੂ, ਕਿਉਂਕਿ ਆਪਾਂ ਪੁੱਛ ਰਹੇ ਹਾਂ ਆਪਣੇ ਦੋਸਤ ਤੋਂ, ਯੂ ਲਗਾ ਕੇ ਹੀ ਪੁੱਛਾਂਗੇ। ਤਾਂ ਹਾਊ ਲੌਂਗ ਪਹਿਲਾਂ ਆ ਗਿਆ, ਤਾਂ ਯੂ ਤੋਂ ਵੀ ਪਹਿਲਾਂ ਹੈਵ ਆ ਗਿਆ, ਇੰਟੈਰੋਗੇਟਿਵ ਹੈ। ਹਾਊ ਲੌਂਗ ਹੈਵ ਯੂ ਬੀਨ, ਹੈਵ ਯੂ ਬੀਨ learning, have you been learning Arabic? क्वेश्चन मार्क। देखो ये चीज आएगा ना, how long have you been learning Arabic? सिंपल है ना। अगला देखो दूसरा, you have just arrived to meet a friend। तुसी एक दोस्त नूं हुणे हुणे मिलने दे लई पहुंचे हो। ठीक है, you have just arrived, तुसी हुणे हुणे पहुंचे हो to meet a friend, एक दोस्त नूं मिलने दे लई। she is waiting for you, वो तुहाडे लई वेट कर रही है। ਤਾਂ ਹੁਣ ਅੱਗੇ ਆਪਾਂ ਉਸ ਤੋਂ ਕੁਐਸਚਨ ਪੁੱਛ ਰਹੇ ਹਾਂ ਵੇਟ ਲੌਂਗ ਕੁਐਸਚਨ ਮਾਰਕ। ਇਹਦਾ ਮਤਲਬ ਆਪਾਂ ਉਸ ਤੋਂ ਪੁੱਛ ਰਹੇ ਹਾਂ ਕੀ ਤੁਸੀਂ ਲੰਬੇ ਸਮੇਂ ਤੋਂ ਇੰਤਜ਼ਾਰ ਕਰ ਰਹੇ ਹੋ। ਹੁਣ ਦੇਖੋ ਇੱਥੇ ਆਪਾਂ ਇਹ ਨਹੀਂ ਆਪਾਂ ਕਿਸੇ ਨੂੰ ਕਹਿੰਦੇ ਹੁੰਦੇ ਜਦੋਂ ਆਪਾਂ ਕਿਸੇ ਕੋਲ ਮਿਲਣ ਜਾਂਦੇ ਹਾਂ, ਮੰਨ ਲਓ ਅੱਗੇ ਵਾਲਾ ਆਪਣਾ ਇੰਤਜ਼ਾਰ ਕਰ ਰਿਹਾ ਹੈ, ਆਪਾਂ ਉਸ ਦੇ ਕੋਲ ਪਹੁੰਚ ਗਏ, ਆਪਾਂ ਉਸ ਨੂੰ ਕੀ ਕਹਿੰਦੇ ਆ? ਆਪਾਂ ਉਸ ਨੂੰ ਇਹ ਥੋੜੀ ਕਹਿੰਦੇ ਆ ਕਿ ਤੁਸੀਂ ਲੰਬਾ ਸਮਾਂ ਵੇਟ ਕਰ ਚੁੱਕੇ ਹੋ। ਆਪਾਂ ਇਹ ਕਹਿੰਦੇ ਆ ਕਿ ਤੁਸੀਂ ਲੰਬੇ ਸਮੇਂ ਤੋਂ ਇੰਤਜ਼ਾਰ ਕਰ ਰਹੇ ਹੋ, ਮਤਲਬ ਕਿ ਲੰਬੇ ਸਮੇਂ ਤੋਂ ਇੰਤਜ਼ਾਰ ਕਰਦੇ ਆ ਰਹੇ ਹੋ। ਤਾਂ ਇਹ ਵੀ ਪ੍ਰੈਜ਼ੈਂਟ ਪਰਫੈਕਟ ਕੰਟੀਨਿਊਸ ਬਣੇਗਾ, ਕਿਉਂਕਿ ਲੌਂਗ ਦੀ ਗੱਲ ਆ ਗਈ, ਪ੍ਰੈਜ਼ੈਂਟ ਪਰਫੈਕਟ ਕੰਟੀਨਿਊਸ ਬਣੇਗਾ। ਤਾਂ ਇਸ ਤੇ ਇੱਥੇ ਵੀ ਆਪਾਂ ਇੰਟੈਰੋਗੇਟਿਵ ਬਣਾਵਾਂਗੇ। ਤਾਂ ਆਪਾਂ ਆਪਣੇ ਦੋਸਤ ਤੋਂ ਪੁੱਛ ਰਹੇ ਹਾਂ, ਯੂ ਆਪਣਾ ਸਬਜੈਕਟ ਹੋਏਗਾ, ਉਸ ਨਾਲ ਲੱਗੇਗਾ ਹੈਵ, ਤਾਂ ਆਏਗਾ ਹੈਵ ਯੂ ਬੀਨ, ਹੈਵ ਯੂ ਬੀਨ ਵੇਟਿੰਗ ਲੌਂਗ, ਹੈਵ ਯੂ ਬੀਨ ਵੇਟਿੰਗ ਲੌਂਗ। ਮੈਂ ਤੁਹਾਨੂੰ ਦੱਸਿਆ ਸੀ ਜੇਕਰ ਲੌਂਗ ਹੈ ਤਾਂ ਇਕੱਲਾ ਲੌਂਗ ਹੀ ਆਏਗਾ, ਫॉर ਲੌਂਗ ਨਹੀਂ ਆਏਗਾ। ਜੇਕਰ ਲੌਂਗ ਟਾਈਮ ਹੈ ਫਿਰ ਫॉर ਲੌਂਗ ਟਾਈਮ ਆਏਗਾ। ਓਕੇ, अगला तीसरा देखो, यू सी somebody fishing by the river। ਤੁਸੀਂ ਕਿਸੇ ਵਿਅਕਤੀ ਨੂੰ ਦੇਖਿਆ ਕਿ ਉਹ ਨਦੀ ਦੇ ਕਿਨਾਰੇ ਫਿਸ਼ਿੰਗ ਕਰ ਰਿਹਾ ਹੈ, ਮਤਲਬ ਕਿ ਮੱਛੀਆਂ ਪਕੜ ਰਿਹਾ ਹੈ। ਤਾਂ ਹੁਣ ਤੁਸੀਂ ਉਸ ਤੋਂ ਪੁੱਛਦੇ ਹੋ ਕੈਚ ਐਨੀ ਫਿਸ਼। ਹੁਣ ਆਪਾਂ ਉਸ ਤੋਂ ਪੁੱਛ ਰਹੇ ਹਾਂ ਵੀ ਕੋਈ ਮੱਛੀ ਫੜੀ,
ਤਾਂ ਇੱਥੇ ਕੰਮ ਕੰਪਲੀਟ ਹੋਣ ਵਾਲੀ ਗੱਲ ਆ ਗਈ ਵੀ ਕੀ ਤੁਸੀਂ ਕੋਈ ਮੱਛੀ ਫੜ ਚੁੱਕੇ ਹੋ, ਮਤਲਬ ਇੱਥੇ ਇਹ ਪੁੱਛ ਰਿਹਾ। ਆਪਾਂ ਇਹ ਥੋੜੀ ਪੁੱਛਾਂਗੇ ਕੀ ਤੁਸੀਂ ਕੋਈ ਮੱਛੀ ਫੜਦੇ ਆ ਰਹੇ ਹੋ, ਮੱਛੀ ਫੜਦੇ ਆ ਰਹੇ ਹੋ ਨਹੀਂ, ਕੀ ਤੁਸੀਂ ਹੁਣ ਤੱਕ ਕੋਈ ਮੱਛੀ ਫੜੀ। ਆਪਾਂ ਇਹੀ ਗੱਲ ਪੁੱਛਦੇ ਹੁੰਦੇ ਆ ਵੀ ਕੋਈ ਨਾ ਕੋਈ ਫਿਸ਼ ਜਿਹੜੀ ਹੈ ਫਿਸ਼ ਹੈ ਤੁਸੀਂ ਫੜ ਚੁੱਕੇ ਹੋ, ਵੀ ਮਤਲਬ ਕੰਮ ਕੰਪਲੀਟ ਹੋਇਆ ਤੁਹਾਡਾ ਮੱਛੀ ਫੜਨ ਦਾ ਕੋਈ ਜਾਂ ਨਹੀਂ। ਤਾਂ ਕਰਕੇ ਆਪਾਂ ਕੀ ਕਹਾਂਗੇ, ਕੈਚ ਐਨੀ ਫਿਸ਼, ਤਾਂ ਆਪਾਂ ਕਹਾਂਗੇ ਹੈਵ ਯੂ ਕਾਊਟ, ਕਿਉਂਕਿ ਪ੍ਰੈਜ਼ੈਂਟ ਪਰਫੈਕਟ ਦੇ ਵਿੱਚ ਆਪਾਂ ਹੈਜ਼ ਹੈਵ ਪਲੱਸ ਵਰਬ ਦੀ ਥਰਡ ਫਾਰਮ, ਔਰ ਇੰਟੈਰੋਗੇਟਿਵ ਦੇ ਵਿੱਚ ਹੈਜ਼ ਹੈਵ ਅੱਗੇ ਲਗਾਵਾਂਗੇ, ਯੂ ਨਾਲ ਆ ਗਿਆ ਹੈਵ ਯੂ ਕਾਊਟ ਐਨੀ ਫਿਸ਼, ਹੈਵ ਯੂ ਕਾਊਟ ਐਨੀ ਫਿਸ਼। ਦੇਖੋ ਬਸ ਇੰਨਾ ਹੀ ਹੈ। ਦੇਖੋ ਚੌਥਾ, ਸਮ ਫਰੈਂਡਸ ਆਫ ਯੋਰਸ, ਤੁਹਾਡੇ ਕੁਝ ਜਿਹੜੇ ਦੋਸਤ ਨੇ ਆਰ ਹੈਵਿੰਗ ਅ ਪਾਰਟੀ ਨੈਕਸਟ ਵੀਕ, ਅਗਲੇ ਹਫਤੇ ਉਹ ਪਾਰਟੀ ਕਰ ਰਹੇ ਨੇ। ਓਕੇ ਠੀਕ ਹੈ। ਹੁਣ ਅੱਗੇ ਹਾਊ ਮੈਨੀ ਪੀਪਲ ਇਨਵਾਈਟ, ਆਪਾਂ ਉਸ ਤੋਂ ਪੁੱਛ ਰਹੇ ਹਾਂ ਵੀ ਤੁਸੀਂ ਨੇ ਕਿੰਨੇ ਕੁ ਲੋਕਾਂ ਨੂੰ ਇਨਵਾਈਟ ਕੀਤਾ ਹੈ। ਦੇਖੋ ਹਾਊ ਮੈਨੀ ਆ ਗਿਆ, ਹਾਊ ਮੈਨੀ ਪੀਪਲ ਹੈ ਨਾ, ਇਹਦਾ ਮਤਲਬ ਕੀ ਆਏਗਾ, ਓਬਵੀਅਸ ਹੈ ਪ੍ਰੈਜ਼ੈਂਟ ਪਰਫੈਕਟ। ਸਭ ਤੋਂ ਪਹਿਲਾਂ ਹਾਊ ਮੈਨੀ ਪੀਪਲ ਲਗਾਵਾਂਗੇ ਆਪਾਂ, ਇਕੱਠੇ ਹੀ ਆਏਗਾ ਹਾਊ ਮੈਨੀ ਪੀਪਲ, ਹਾਊ ਮੈਨੀ ਪੀਪਲ। ਉਸ ਤੋਂ ਬਾਅਦ ਇੰਟੈਰੋਗੇਟਿਵ ਹੈ, ਆਪਾਂ ਯੂ ਸਬਜੈਕਟ ਦਾ ਯੂ ਹੀ ਆਏਗਾ ਵੀ ਤੁਸੀਂ ਕਿੰਨੇ ਲੋਕਾਂ ਨੂੰ ਇਨਵਾਈਟ ਕਰ ਚੁੱਕੇ ਹੋ, ਯੂ ਨਾਲ ਆਏਗਾ ਹੈਵ, ਔਰ ਇੰਟੈਰੋਗੇਟਿਵ ਦੇ ਵਿੱਚ ਹੈਵ ਅੱਗੇ ਆਏਗਾ ਹਾਊ ਮੈਨੀ ਪੀਪਲ ਹੈਵ ਯੂ ਇਨਵਾਈਟਡ, ਥਰਡ ਫਾਰਮ, ਕਿਉਂਕਿ ਪ੍ਰੈਜ਼ੈਂਟ ਪਰਫੈਕਟ ਦੇ ਵਿੱਚ ਥਰਡ ਫਾਰਮ, ਹਾਊ ਮੈਨੀ ਪੀਪਲ ਹੈਵ ਯੂ ਇਨਵਾਈਟਡ। ਸਿੰਪਲ ਹੈ। ਪੰਜਵਾਂ, ਅ ਫਰੈਂਡ ਆਫ ਯੋਰਸ ਇਜ਼ ਅ ਟੀਚਰ, ਤੁਹਾਡਾ ਜਿਹੜਾ ਦੋਸਤ ਹੈ ਉਹ ਟੀਚਰ ਹੈ, ਤਾਂ ਉਸ ਤੋਂ ਆਪਾਂ ਕੀ ਪੁੱਛਦੇ ਹਾਂ, ਹਾਊ ਲੌਂਗ ਟੀਚ, ਵੀ ਤੁਸੀਂ ਕਿੰਨੇ ਸਮੇਂ ਤੋਂ ਟੀਚ ਕਰਦੇ ਆ ਰਹੇ ਹੋ। ਹਾਊ ਲੌਂਗ ਆ ਗਿਆ, ਦੇਖੋ ਸਮਝ ਆ ਗਈ, ਹਾਊ ਲੌਂਗ ਹੈਵ ਯੂ ਬੀਨ, ਠੀਕ ਹੈ, ਹਾਊ ਲੌਂਗ ਹੈਵ ਯੂ ਬੀਨ ਟੀਚਿੰਗ, ਪ੍ਰੈਜ਼ੈਂਟ ਪਰਫੈਕਟ ਕੰਟੀਨਿਊਸ ਆ ਗਿਆ, ਹਾਊ ਲੌਂਗ ਆ ਗਿਆ। ਛੇਵਾਂ, ਯੂ ਮੀਟ ਸਮਬਡੀ, ਤੁਸੀਂ ਕਿਸੇ ਨੂੰ ਮਿਲਦੇ ਹੋ, ਹੂ ਇਜ਼ ਅ ਰਾਈਟਰ, ਜਿਹੜਾ ਕਿ ਰਾਈਟਰ ਹੈ, ਠੀਕ ਹੈ, ਤਾਂ ਉਸ ਤੋਂ ਕੀ ਪੁੱਛਦੇ ਹੋ, ਹਾਊ ਮੈਨੀ ਬੁੱਕਸ ਰਾਈਟ, ਮਤਲਬ ਆਪਾਂ ਉਸ ਤੋਂ ਪੁੱਛ ਰਹੇ ਹਾਂ ਵੀ ਤੁਸੀਂ ਕਿੰਨੀਆਂ ਕਿਤਾਬਾਂ ਲਿਖ ਚੁੱਕੇ ਹੋ ਹੁਣ ਤੱਕ। ਵੈਸੇ ਹਾਊ ਮੈਨੀ ਆ ਗਿਆ, ਦੇਖੋ ਹਾਊ ਮੈਨੀ ਬੁੱਕਸ, ਤਾਂ ਆਪਾਂ ਕੀ ਕਹਾਂਗੇ, ਹਾਊ ਮੈਨੀ ਬੁੱਕਸ, ਕਿ ਤੁਸੀਂ ਹੁਣ ਤੱਕ ਕਿੰਨੀਆਂ ਕਿਤਾਬਾਂ ਲਿਖ ਚੁੱਕੇ ਹੋ ਤੁਸੀਂ, ਹੈ ਨਾ, ਯੂ ਦੇ ਨਾਲ ਗਿਆ ਹੈਵ, ਹਾਊ ਮੈਨੀ ਬੁੱਕਸ ਹੈਵ ਯੂ। ਮੈਂ ਕਾਲੀ ਬੋਲਣ ਦੇ ਚੱਕਰ ਦੇ ਵਿੱਚ ਮੇਰਾ ਖਿਆਲ ਹੈ ਨਾ ਥੋੜਾ ਜਿਹਾ ਸ਼ਬਦ ਮੇਰੇ ਮੂੰਹ ਚੋਂ ਹੋਰੇ ਨਿਕਲ ਜਾਂਦੇ ਨੇ, ਵੈਸੇ ਸਮਝ ਤੁਹਾਨੂੰ ਆ ਰਿਹਾ, ਆਈ ਹੋਪ ਕਿ ਵੀਡੀਓ ਲੰਬੀ ਨਾ ਬਣੇ। ਹਾਊ ਮੈਨੀ ਬੁੱਕਸ ਹੈਵ ਯੂ ਥਰਡ ਫਾਰਮ ਰਿਟਨ, ਇੱਥੇ ਆਪਾਂ ਤਾਂ ਕਰਕੇ ਇੰਨਾ ਜਲਦਬਾਜ਼ੀ ਦੇ ਵਿੱਚ ਕਰ ਰਹੇ ਹਾਂ ਕਿਉਂਕਿ ਵੈਰੀ ਸਿੰਪਲ ਹੈ, ਤੁਹਾਨੂੰ ਸਮਝ ਆ ਰਿਹਾ। ਹਾਊ ਮੈਨੀ ਆ ਗਿਆ, ਹਾਊ ਮੱਚ ਆ ਗਿਆ, ਤਾਂ ਪ੍ਰੈਜ਼ੈਂਟ ਪਰਫੈਕਟ ਦਾ ਇੰਟੈਰੋਗੇਟਿਵ ਬਣਾ ਦਿਓ ਬਸ। ਸੱਤਵਾਂ, ਅ ਫਰੈਂਡ ਆਫ ਯੋਰਸ ਇਜ਼ ਸੇਵਿੰਗ ਮਨੀ, ਤੁਹਾਡਾ ਕਿਹੜਾ ਦੋਸਤ ਹੈ ਉਹ ਮਨੀ ਜਿਹੜਾ ਪੈਸੇ ਬਚਾ ਰਿਹਾ ਹੈ ਟੂ ਗੋ ਔਨ ਅ ਵਰਲਡ ਟ੍ਰਿਪ ਤੇ ਜਾਣ ਦੇ ਲਈ। ਹੁਣ ਆਪਾਂ ਉਸ ਤੋਂ ਪੁੱਛ ਰਹੇ ਹਾਂ, ਪਹਿਲੀ ਪੁੱਛ ਰਹੇ ਹਾਂ ਆਪਾਂ ਉਸ ਤੋਂ ਪਹਿਲਾਂ ਪੁੱਛ ਰਹੇ ਹਾਂ ਹਾਊ ਲੌਂਗ ਸੇਵ, ਮਤਲਬ ਆਪਾਂ ਉਸ ਤੋਂ ਪੁੱਛ ਰਹੇ ਹਾਂ ਤੁਸੀਂ ਕਿੰਨੇ ਸਮੇਂ ਤੋਂ ਸੇਵਿੰਗ ਕਰਦੇ ਆ ਰਹੇ ਹੋ। ਹਾਊ ਲੌਂਗ ਆ ਗਿਆ ਤਾਂ ਆਪਾਂ ਕਹਾਂਗੇ ਹਾਊ ਲੌਂਗ ਹੈਵ ਯੂ ਬੀਨ ਸੇਵਿੰਗ, ਦੇਖੋ ਇਹੀ ਆਏਗਾ ਨਾ, ਹਾਊ ਲੌਂਗ ਹੈਵ ਯੂ ਬੀਨ ਸੇਵਿੰਗ, ਤੁਸੀਂ ਕਿੰਨੇ ਸਮੇਂ ਤੋਂ ਸੇਵਿੰਗ ਕਰਦੇ ਆ ਰਹੇ ਹੋ। ਅਗਲੇ ਦੇ ਵਿੱਚ ਆਪਾਂ ਕਹ ਰਹੇ ਹਾਊ ਮੱਚ ਮਨੀ ਸੇਵ, ਵੀ ਤੁਸੀਂ ਕਿੰਨਾ ਪੈਸਾ ਸੇਵ ਕਰ ਚੁੱਕੇ ਹੋ। ਹਾਊ ਮੱਚ ਮਨੀ, ਇਹ ਪਰਫੈਕਟ ਬਣੇਗਾ ਪ੍ਰੈਜ਼ੈਂਟ ਪਰਫੈਕਟ, ਹਾਊ ਮੱਚ ਮਨੀ ਹੈਵ ਯੂ ਸੇਵਡ। ਦੇਖੋ ਮੇਰੇ ਖਿਆਲ 'ਚ ਤਾਂ ਇਹ ਬਹੁਤ ਹੀ ਆਸਾਨ ਆਪਣੀ ਐਕਸਰਸਾਈਜ਼ ਹੈ, ਮੈਨੂੰ ਨਹੀਂ ਲੱਗਦਾ ਕਿ ਇਸ ਤੋਂ ਆਸਾਨ ਕੋਈ ਹੋਏਗਾ, ਬਿਲਕੁਲ ਸਿੰਪਲ ਜੀ ਚੀਜ਼ ਹੈ ਨਾ। ਆਰਾਮ ਨਾਲ ਬਣਾਓ, ਪ੍ਰੈਜ਼ੈਂਟ ਪਰਫੈਕਟ ਬਣਾਓ, ਪ੍ਰੈਜ਼ੈਂਟ ਪਰਫੈਕਟ ਕੰਟੀਨਿਊਸ ਬਣਾਓ। ਸਟਰਕਚਰ ਤੁਹਾਨੂੰ ਪਤਾ ਹੋਣਾ ਚਾਹੀਦਾ ਇੰਟੈਰੋਗੇਟਿਵ ਦਾ ਕਿਸ ਤਰ੍ਹਾਂ ਬਣਾਉਣਾ, ਪ੍ਰੈਜ਼ੈਂਟ ਪਰਫੈਕਟ ਕੰਟੀਨਿਊਸ ਦਾ ਇੰਟੈਰੋਗੇਟਿਵ ਆਪਾਂ ਕਿਸ ਤਰ੍ਹਾਂ ਬਣਾਉਣਾ ਹੈ, ਤੇ ਪ੍ਰੈਜ਼ੈਂਟ ਪਰਫੈਕਟ ਦਾ ਇੰਟੈਰੋਗੇਟਿਵ ਕਿਸ ਤਰ੍ਹਾਂ ਬਣਾਉਣਾ ਹੈ। ਸੋ ਇਹ ਸੀ ਆਪਣੀ ਇਸ ਯੂਨਿਟ ਦੀ ਆਪਣੀ ਐਕਸਰਸਾਈਜ਼ ਸੈਕਿੰਡ। ਐਂਡ ਹੁਣ ਆਪਣੀ ਇਸ ਯੂਨਿਟ ਦੀ ਜਿਹੜੀ ਆਪਣੀ ਲਾਸਟ ਐਕਸਰਸਾਈਜ਼ ਹੈ, ਦੇਖੋ ਉਹ ਆਪਾਂ ਕਰਾਂਗੇ ਸੇਮ ਉਸੇ ਤਰ੍ਹਾਂ, ਬਸ ਸਿਰਫ ਤੁਸੀਂ ਨੇ ਕਰਨਾ ਕੀ ਹੈ, ਦੇਖੋ ਪੁੱਟ ਦਾ ਵਰਬਸ ਇਨਟੂ ਦਾ ਪ੍ਰੈਜ਼ੈਂਟ ਪਰਫੈਕਟ ਕੰਟੀਨਿਊਸ ਔਰ ਪ੍ਰੈਜ਼ੈਂਟ ਪਰਫੈਕਟ। ਦੇਖੋ ਹਰ ਇੱਕ, ਦੇਖੋ ਇਹ ਸੈਂਟੈਂਸਸ ਨੇ, ਹਰ ਇੱਕ ਸੈਂਟੈਂਸ ਦੇ ਵਿੱਚ ਇਹ ਬਲੈਂਕ ਹੈ, ਬਲੈਂਕ ਤੋਂ ਬਾਅਦ ਆਪਾਂ ਨੂੰ ਹਰ ਇੱਕ ਬਲੈਂਕ ਤੋਂ ਬਾਅਦ ਇਹ ਸ਼ਬਦ ਨੇ ਜਿਹੜੇ ਦਿੱਤੇ ਗਏ ਨੇ, ਮਤਲਬ ਕਿ ਵਰਬ ਪਲੱਸ ਸਬਜੈਕਟ ਦਿੱਤੇ ਗਏ ਨੇ। ਆਪਾਂ ਨੇ ਕੀ ਕਰਨਾ ਹੈ, ਇਹਨਾਂ ਨੂੰ ਬ੍ਰੈਕਟ ਦੇ ਵਿੱਚੋਂ ਖੋਲ ਕੇ ਇੱਥੇ
ਬਲੈਂਕ ਦੇ ਵਿੱਚ ਲਿਆ ਕੇ ਫਿੱਟ ਕਰਨਾ ਹੈ ਔਰ ਸੈਂਟੈਂਸ ਦੀ ਸੈਂਸ ਦੇ ਮੁਤਾਬਕ ਦੇਖਣਾ ਹੈ ਕਿ ਪ੍ਰੈਜੈਂਟ ਪਰਫੈਕਟ ਕੰਟੀਨਿਊਸ ਆਏਗਾ ਜਾਂ ਪ੍ਰੈਜੈਂਟ ਪਰਫੈਕਟ। ਸੇਮ ਉਸੇ ਤਰ੍ਹਾਂ ਸੈਂਸ ਸਮਝਣੀ ਹੈ। ਕੰਮ ਕੰਪਲੀਟ ਹੋਣ ਦੀ ਗੱਲ ਹੋ ਰਹੀ ਹੈ, ਕਿਸੇ ਕਿਰਿਆ ਦੇ ਫਿਨਿਸ਼ ਹੋਣ ਦੀ ਗੱਲ ਹੋ ਰਹੀ ਹੈ, ਪ੍ਰੈਜੈਂਟ ਪਰਫੈਕਟ, ਤੇ ਕੋਈ ਕਿਰਿਆ ਕੰਟੀਨਿਊਸ ਚੱਲਦੀ ਆ ਰਹੀ ਹੈ ਤਾਂ ਪ੍ਰੈਜੈਂਟ ਪਰਫੈਕਟ ਕੰਟੀਨਿਊਸ। ਬਿਲਕੁਲ ਸਿੰਪਲ ਹੈ। ਜਿਸ ਤਰ੍ਹਾਂ ਫਸਟ ਹੈ, ਦੇਖੋ ਆਪਾਂ ਕਿਸ ਤੋਂ ਪੁੱਛ ਰਹੇ ਹਾਂ, ਵੇਅਰ ਹੈਵ ਯੂ ਬੀਨ, ਤੁਸੀਂ ਕਿੱਥੇ ਸੀ, ਵੇਅਰ ਹੈਵ ਯੂ ਬੀਨ, ਤੁਸੀਂ ਕਿੱਥੇ ਸੀ। ਅੱਗੇ ਦੁਬਾਰੇ ਆਪਾਂ ਉਸ ਤੋਂ ਕੁਐਸਚਨ ਪੁੱਛ ਰਹੇ ਹਾਂ, ਯੂ ਪਲੇ ਟੈਨਿਸ, ਕਿ ਤੁਸੀਂ ਟੈਨਿਸ ਖੇਡ ਰਹੇ ਸੀ। ਹੁਣ ਦੇਖੋ ਆਪਾਂ ਕਿਸੇ ਤੋਂ ਇਹ ਤਾਂ ਨਹੀਂ ਕਹਿੰਦੇ, ਆਪਾਂ ਕਿਸੇ ਨੂੰ ਐਵੇਂ ਪੁੱਛਦੇ ਹਾਂ ਵੀ ਤੁਸੀਂ ਕਿੱਥੇ ਸੀ, ਤੁਸੀਂ ਟੈਨਿਸ ਖੇਡ ਚੁੱਕੇ ਹੋ, ਇਹ ਤਾਂ ਗੱਲ ਨਹੀਂ ਬਣੀ। ਆਪਾਂ ਇਹ ਕਹਿੰਦੇ ਹੁੰਦੇ ਆ ਤੁਸੀਂ ਕਿੱਥੇ ਸੀ, ਤੁਸੀਂ ਟੈਨਿਸ ਖੇਡ ਰਹੇ ਸੀ, ਮਤਲਬ ਕਿ ਟੈਨਿਸ ਖੇਡਦੇ ਆ ਰਹੇ ਸੀ ਤਾਂ ਪ੍ਰੈਜੈਂਟ ਪਰਫੈਕਟ ਕੰਟੀਨਿਊਸ। ਤਾਂ ਇੰਟੈਰੋਗੇਟਿਵ ਹੈ, ਪਹਿਲਾਂ ਹੈਵ ਆਏਗਾ, ਹੈਵ ਯੂ ਬੀਨ ਪਲੇਇੰਗ, ਹੈਵ ਯੂ ਬੀਨ ਪਲੇਇੰਗ ਟੈਨਿਸ। ਦੇਖੋ ਅਗਲਾ ਸੈਕਿੰਡ, ਲੁੱਕ, ਆਪਾਂ ਕਿਸੇ ਨੂੰ ਦਿਖਾ ਰਹੇ ਹਾਂ, ਲੁੱਕ somebody break that window, ਲੁੱਕ somebody break that window। ਹੁਣ ਆਪਾਂ ਇੱਥੇ ਕੀ ਕਹਾਂਗੇ, ਆਪਾਂ ਕਿਸੇ ਨੂੰ ਦਿਖਾ ਰਹੇ ਹਾਂ ਵੀ ਦੇਖੋ ਕਿਸੇ ਨੇ ਵਿੰਡੋ ਤੋੜਤੀ, ਮਤਲਬ ਕਿ ਵਿੰਡੋ ਟੁੱਟਣ ਦਾ ਕੰਮ ਹੋ ਚੁੱਕਿਆ। ਆਪਾਂ ਇਹ ਤਾਂ ਨਹੀਂ ਕਹਾਂਗੇ ਕਿ ਦੇਖੋ somebody, ਕੋਈ ਬੰਦਾ ਮਤਲਬ ਵਿੰਡੋ ਨੂੰ ਤੋੜਦਾ ਆ ਰਿਹਾ ਨਹੀਂ, ਵਿੰਡੋ ਟੁੱਟੀ ਹੋਈ ਹੈ ਆਪਣੇ ਸਾਹਮਣੇ, ਤਾਂ ਆਪਾਂ ਦਿਖਾ ਰਹੇ ਹਾਂ ਕਿ ਲੁੱਕ ਕਿਸੇ ਨੇ ਵਿੰਡੋ ਤੋੜ ਦਿੱਤੀ। ਤਾਂ ਇੱਥੇ ਆਪਾਂ ਕੀ ਕਹਾਂਗੇ, ਦੇਖੋ ਲੁੱਕ somebody ਦੇ ਨਾਲ ਕੀ ਆਏਗਾ, somebody has, ਠੀਕ ਹੈ, somebody has broken that window, ਕਿਸੇ ਨੇ ਉਹ ਵਿੰਡੋ ਤੋੜ ਦਿੱਤੀ, ਮਤਲਬ ਕੰਪਲੀਟ ਹੋ ਗਿਆ, ਵਿੰਡੋ ਟੁੱਟੀ ਹੋਈ ਹੈ, ਫਿਨਿਸ਼ ਹੋ ਗਿਆ। ਦੇਖੋ ਥਰਡ, ਯੂ ਲੁੱਕ ਟਾਇਰਡ, ਤੁਸੀਂ ਥੱਕੇ ਹੋਏ ਦਿਖਾਈ ਦੇ ਰਹੇ ਹੋ। ਯੂ ਵਰਕ ਹਾਰਡ, ਕੀ ਤੁਸੀਂ ਸਖਤ ਕੰਮ ਕਰਦੇ ਆ ਰਹੇ ਹੋ। ਜਦੋਂ ਕੋਈ ਥੱਕਿਆ ਹੋਇਆ, ਇਹਦਾ ਮਤਲਬ ਇਸ ਤੋਂ ਪਹਿਲਾਂ ਉਹ ਕੰਮ ਕਰਦਾ ਆ ਰਿਹਾ ਹਾਰਡ। ਆਪਾਂ ਇਹ ਪੁੱਛ ਰਹੇ ਹਾਂ ਵੀ ਕਿ ਤੁਸੀਂ ਹਾਰਡ ਕੰਮ ਕਰਦੇ ਆ ਰਹੇ ਹੋ, ਤਾਂ ਇਹਦਾ ਮਤਲਬ ਆਪਾਂ ਇੰਟੈਰੋਗੇਟਿਵ ਬਣਾਵਾਂਗੇ ਪ੍ਰੈਜੈਂਟ ਪਰਫੈਕਟ ਕੰਟੀਨਿਊਸ। ਸਭ ਤੋਂ ਪਹਿਲਾਂ ਕੀ ਆਏਗਾ, have you been working hard। ਚੌਥਾ ਦੇਖੋ, ਪਹਿਲਾਂ ਬਲੈਂਕ ਆ ਗਿਆ, ਅੱਗੇ ਹੈ ਯੂ ਐਵਰ ਵਰਕ ਇਨ ਅ ਫੈਕਟਰੀ, ਕੀ ਤੁਸੀਂ ਕਦੇ ਫੈਕਟਰੀ ਦੇ ਵਿੱਚ ਕੰਮ ਕੀਤਾ ਹੈ। ਇਹ ਸਿੰਪਲ ਹੈ, ਪ੍ਰੈਜੈਂਟ ਪਰਫੈਕਟ ਹੈ। ਆਪਾਂ ਪੁੱਛ ਰਹੇ ਹਾਂ ਵੀ ਇਸ ਤੋਂ ਪਹਿਲਾਂ, ਆਪਾਂ ਪ੍ਰੈਜੈਂਟ ਦੇ ਵਿੱਚ ਪੁੱਛ ਰਹੇ ਹਾਂ ਵੀ ਪ੍ਰੈਜੈਂਟ ਤੋਂ ਇਸ ਤੋਂ ਪਹਿਲਾਂ ਕੀ ਤੁਸੀਂ ਕਿਸੇ ਫੈਕਟਰੀ ਦੇ ਵਿੱਚ ਕੰਮ ਕਰ ਚੁੱਕੇ ਹੋ। ਇੱਥੇ ਕੋਈ ਕੰਟੀਨਿਊ ਵਾਲੀ ਗੱਲ ਨਹੀਂ ਹੋ ਰਹੀ, ਆਪਾਂ ਪਹਿਲੀ ਵਾਰ ਕਿਸ ਤੋਂ ਕੁਐਸਚਨ ਪੁੱਟ ਕਰ ਰਹੇ ਹਾਂ ਵੀ ਕਿਸੇ ਕੰਪਨੀ ਦੇ ਵਿੱਚ ਕੰਮ ਕੀਤਾ ਤੁਸੀਂ ਨੇ, ਵੀ ਕਰ ਚੁੱਕੇ ਹੋ ਕੰਮ। ਤਾਂ ਇੱਥੇ ਆਪਾਂ ਇੰਟੈਰੋਗੇਟਿਵ ਹੈ, ਤਾਂ ਆਪਾਂ ਹੈਵ ਯੂ ਐਵਰ ਵਰਕਡ ਇਨ ਅ ਫੈਕਟਰੀ। ਦੇਖੋ ਸਾਰਾ ਕੁਝ ਠੀਕ ਆ ਰਿਹਾ, ਓਕੇ। ਪੰਜਵਾਂ ਦੇਖੋ, ਵੇਅਰਸ ਲੀਜ਼ਾ, ਕਹਿੰਦਾ ਲੀਜ਼ਾ ਕਿੱਥੇ ਹੈ, ਵੇਅਰ ਸ਼ੀ ਗੋ। ਹੁਣ ਦੇਖੋ ਆਪਾਂ ਕਿਸ ਤੋਂ ਪੁੱਛ ਰਹੇ ਹਾਂ ਵੀ ਲੀਜ਼ਾ ਕਿੱਥੇ ਹੈ, ਇਹਦਾ ਮਤਲਬ ਲੀਜ਼ਾ ਆਪਣੇ ਸਾਹਮਣੇ ਨਹੀਂ ਹੈਗੀ। ਔਰ ਉਸ ਤੋਂ ਬਾਅਦ ਆਪਾਂ ਕੁਐਸਚਨ ਕਰ ਰਹੇ ਹਾਂ ਵੇਅਰ ਸ਼ੀ ਗੋ, ਉਹ ਕਿੱਥੇ ਚਲੀ ਗਈ, ਮਤਲਬ ਕਿ ਉਸਦੇ ਜਾਣ ਦਾ ਕੰਮ ਕੰਪਲੀਟ ਹੋ ਗਿਆ, ਫਿਨਿਸ਼ ਹੋ ਗਿਆ। ਇੱਥੇ ਆਪਾਂ ਇਹ ਥੋੜੀ ਕਹਾਂਗੇ ਉਹ ਕਿੱਥੇ ਜਾ ਰਹੀ ਹੈ, ਵੀ ਕਿੱਥੇ ਜਾਂਦੀ ਆ ਰਹੀ ਹੈ, ਕੰਟੀਨਿਊ ਤਾਂ ਕੋਈ ਹੈ ਹੀ ਨਹੀਂ, ਇੱਥੇ ਕੋਈ ਤੁਕੇ ਨਹੀਂ ਬਣਦਾ। ਆਪਾਂ ਇਹ ਕਹਿੰਦੇ ਆ ਵੀ ਲੀਜ਼ਾ ਕਿੱਥੇ ਹੈ, ਉਹ ਕਿੱਥੇ ਚਲੀ ਗਈ, ਮਤਲਬ ਕਿ ਕੰਮ ਹੈ ਜਿਹੜਾ ਉਸਦੇ ਜਾਣ ਦਾ ਫਿਨਿਸ਼ ਹੋ ਗਿਆ ਨਾ, ਠੀਕ ਹੈ। ਤਾਂ ਕਰਕੇ ਇੱਥੇ ਪ੍ਰੈਜੈਂਟ ਪਰਫੈਕਟ ਆਇਆ, ਉਹ ਕਿੱਥੇ ਚਲੀ ਗਈ, ਉਹ ਵੇਅਰ ਹੈਜ਼ ਸ਼ੀ ਗੋਨ, ਕਿੱਥੇ ਚਲੀ ਗਈ ਉਹ। ਛੇਵਾਂ, ਦਿਸ ਇਜ਼ ਅ ਵੈਰੀ ਓਲਡ ਬੁੱਕ, ਜਿਹੜੀ ਇਹ ਕਿਤਾਬ ਹੈ ਬਹੁਤ ਪੁਰਾਣੀ ਕਿਤਾਬ ਹੈ। ਆਈ ਹੈਵ ਇਟ ਸਿੰਸ ਆਈ ਵਾਜ਼ ਅ ਚਾਈਲਡ। ਹੁਣ ਦੇਖੋ ਇੱਥੇ ਕਈ ਬੱਚੇ ਇਹ ਸੋਚਣਗੇ ਵੀ ਇੱਥੇ ਲੱਗਿਆ ਸਿੰਸ ਆਈ ਵਾਜ਼ ਅ ਚਾਈਲਡ। ਹੁਣ ਇੱਥੇ ਸਿੰਪਲ ਜੀ ਗੱਲ ਹੈ, ਇੱਥੇ ਇੱਕ ਕਿਤਾਬ ਕੋਲ ਹੋਣ ਦੀ ਗੱਲ ਹੋ ਰਹੀ ਹੈ ਵੀ ਮੇਰੇ ਕੋਲ ਕਿਤਾਬ ਹੈ, ਜਦੋਂ ਦਾ ਮੈਂ ਬੱਚਾ ਉਦੋਂ ਦਾ ਮੇਰੇ ਕੋਲ। ਹੁਣ ਦੇਖੋ ਜੇ ਤਾਂ ਕਿਤਾਬ ਨੂੰ ਪੜ੍ਹਨ ਦੀ ਗੱਲ ਹੋਵੇ ਫਿਰ ਤਾਂ ਆਪਾਂ ਪ੍ਰੈਜੈਂਟ ਪਰਫੈਕਟ ਕੰਟੀਨਿਊਸ ਬਣਾ ਸਕਦੇ ਹਾਂ ਵੀ ਇਸ ਕਿਤਾਬ ਨੂੰ ਮੈਂ ਉਦੋਂ ਤੋਂ ਪੜ੍ਹ ਰਿਹਾ ਜਦੋਂ ਤੋਂ ਮੈਂ ਬੱਚਾ, ਫਿਰ ਤਾਂ ਹੋ ਸਕਦਾ। ਇੱਥੇ ਕਿਤਾਬ ਹੋਣ ਦੀ ਗੱਲ, ਇੱਥੇ ਪ੍ਰੈਜੈਂਟ ਪਰਫੈਕਟ ਆਏਗਾ ਵੀ ਇਹ ਕਿਤਾਬ ਮੇਰੇ ਕੋਲ ਉਦੋਂ ਦੀ ਹੈ ਜਦੋਂ ਦਾ ਮੈਂ ਬੱਚਾ। ਤਾਂ ਇੱਥੇ ਸਿੰਪਲ ਆਏਗਾ ਆਈ हैव ਦੀ थर्ड फॉर्म है हैड। आ हैव प्रेजेंट परफेक्ट ਦੀ अपना हेल्पिंग वर्ब है। आई हैव हैड इट सिंस आई वॉज अ चाइल्ड। ये गल्लां थोड़ी जी समझिया करो, ठीक है। सत्तवां, हैव यू बीन बिजी, की तुसी बिजी सी, है ना। वो कहता नो मैं बिजी नहीं सी। आई वॉच टीवी, तो ऑब्वियस है इत्थे की कहूगा हो भी मैं टीवी देख रहा सी। ਇਹ ਤਾਂ ਨਹੀਂ ਕਹੂਗਾ ਕਿ ਮੈਂ ਟੀਵੀ ਦੇਖ ਚੁੱਕਾ। ਆਪਾਂ ਕਿਸੇ ਨੂੰ ਪੁੱਛਾਂਗੇ ਹੈਵ ਯੂ ਬੀਨ ਬਿਜ਼ੀ, ਵੀ ਕੀ ਤੁਸੀਂ ਇਸ ਤੋਂ ਪਹਿਲਾਂ ਬਿਜ਼ੀ ਸੀ, ਉਹ ਕਹੂਗਾ ਨਹੀਂ ਮੈਂ ਟੀਵੀ ਦੇਖ ਚੁੱਕਿਆ। ਇਹ ਤਾਂ ਨਹੀਂ ਕਹੂ। ਜਿਸ ਤਰ੍ਹਾਂ ਆਪਾਂ ਕੁਐਸਚਨ ਪੁੱਛ ਰਹੇ ਹਾਂ ਉਸੇ ਤਰ੍ਹਾਂ ਜਵਾਬ ਦਿਓ। ਆਪਾਂ ਕਿਹਾ ਕੀ ਤੁਸੀਂ ਇਸ ਤੋਂ ਪਹਿਲਾਂ ਬਿਜ਼ੀ ਸੀ, ਤਾਂ ਉਹ ਕਹੂਗਾ ਨਹੀਂ ਇਸ ਤੋਂ ਪਹਿਲਾਂ ਮੈਂ ਟੀਵੀ ਦੇਖਦਾ ਆ ਰਿਹਾ ਸੀ। ਮਤਲਬ ਕਿ ਪ੍ਰੈਜੈਂਟ ਪਰਫੈਕਟ ਕੰਟੀਨਿਊਸ ਆਏਗਾ। नो आई हैव बीन वॉचिंग,
ਜੇਕਰ ਤੁਸੀਂ ਸੈਂਟੈਂਸ ਦੀ ਸੈਂਸ ਸਮਝਣ ਲੱਗ ਪਏ ਆਪਦੇ ਆਪ ਪੰਜਾਬੀ ਚ ਬਣਾ ਕੇ ਦੇਖਿਆ ਕਰੋ, ਆਪਣੇ ਆਪ ਸਮਝ ਆ ਜਾਂਦਾ ਹੈ। 8ਵਾਂ ਦੇਖੋ, ਮਾਈ ਬ੍ਰਦਰ ਇਜ਼ ਐਨ ਐਕਟਰ, ਮੇਰਾ ਭਰਾ ਇੱਕ ਐਕਟਰ ਹੈ। ਅੱਗੇ ਕੀ ਕਹਿ ਰਿਹਾ, ਹੀ ਅਪੀਅਰ ਇਨ ਸੈਵਰਲ ਫਿਲਮਸ, ਹੀ ਅਪੀਅਰ ਇਨ ਸੈਵਰਲ ਫਿਲਮ, ਅਪੀਅਰ ਹੁੰਦਾ ਆਉਣਾ, ਤਾਂ ਇਹਦਾ ਮਤਲਬ ਕਹਿ ਰਿਹਾ ਵੀ ਮੇਰਾ ਭਰਾ ਇੱਕ ਐਕਟਰ ਹੈ, ਉਹ ਬਹੁਤ ਸਾਰੀਆਂ ਫਿਲਮਾਂ ਦੇ ਵਿੱਚ ਆ ਚੁੱਕਿਆ ਹੈ, ਵੀ ਬਹੁਤ ਸਾਰੀਆਂ ਫਿਲਮਾਂ ਕਰ ਚੁੱਕਿਆ, ਕੰਮ ਕੰਪਲੀਟ ਹੋ ਗਿਆ ਜਿੰਨੀਆਂ ਫਿਲਮਾਂ ਦੀ ਉਹ ਗੱਲ ਕਰ ਰਿਹਾ। ਤਾਂ ਕਰਕੇ ਕੀ ਆਏਗਾ, ਹੀ ਹੈਜ਼ ਅਪੀਅਰਡ, he has appeared in several films। 9ਵਾਂ ਦੇਖੋ, sorry I am late, ਮਾਫ ਕਰਨਾ ਮੈਂ ਥੋੜਾ ਲੇਟ ਹਾਂ। that's all right, ਤਾਂ ਅੱਗੇ ਵਾਲਾ ਬੰਦਾ ਕਹਿੰਦਾ that's all right। ਅੱਗੇ ਕੀ ਕਹਿ ਰਿਹਾ, I not wait long, ਮਤਲਬ ਮੈਂ ਜ਼ਿਆਦਾ ਲੰਬੇ ਸਮੇਂ ਤੋਂ ਇੰਤਜ਼ਾਰ ਨਹੀਂ ਕਰ ਰਿਹਾ ਸੀ। ਕਹਿਣ ਦਾ ਮਤਲਬ ਕੀ ਹੈ, ਆਪਣੇ ਪਹੁੰਚਣ ਤੋਂ ਪਹਿਲਾਂ ਉਹ ਇੰਤਜ਼ਾਰ ਕਰ ਰਿਹਾ ਸੀ, ਤਾਂ ਪ੍ਰੈਜ਼ੈਂਟ ਪਰਫੈਕਟ ਕੰਟੀਨਿਊਸ ਤਾਂ ਬਣੇਗਾ ਹੀ। ਬਸ ਸਿਰਫ ਗੱਲ ਇੰਨੀ ਕੁ ਹੈ ਕਿ ਉਹਨੇ ਥੋੜਾ ਨੈਗੇਟਿਵ ਦੇ ਵਿੱਚ ਕਿਹਾ ਵੀ ਮੈਂ ਜ਼ਿਆਦਾ ਸਮੇਂ ਤੋਂ ਇੰਤਜ਼ਾਰ ਨਹੀਂ ਕਰ ਰਿਹਾ ਸੀ, ਤਾਂ ਕਰਕੇ ਇੱਥੇ ਆਪਾਂ ਕਹਾਂਗੇ I have not been waiting long। 10ਵਾਂ, ਆਰ ਯੂ ਓਕੇ, ਕਿਸ ਤੋਂ ਪੁੱਛਿਆ, ਆਰ ਯੂ ਓਕੇ, ਉਹ ਕਹਿ ਰਿਹਾ ਯੂ ਲੁੱਕ ਐਜ਼ ਇਫ, ਆਪਾਂ ਕਿਸ ਤੋਂ, ਆਪਾਂ ਹੀ ਇਹ ਗੱਲ ਕਰ ਰਹੇ ਹਾਂ, ਕਿਸੇ ਨੂੰ ਆਪਾਂ ਕਹਿ ਰਹੇ ਹਾਂ ਆਰ ਯੂ ਓਕੇ, ਤੁਸੀਂ ਠੀਕ ਹੋ। ਯੂ ਲੁੱਕ ਵੀ ਤੁਸੀਂ ਇਸ ਤਰ੍ਹਾਂ ਦਿਖਾਈ ਦੇ ਰਹੇ ਹੋ, ਯੂ ਲੁੱਕ ਐਜ਼ ਇਫ ਤੁਸੀਂ ਇਸ ਤਰ੍ਹਾਂ ਦਿਖਾਈ ਦੇ ਰਹੇ ਹੋ ਜਿਵੇਂ ਕਿ ਯੂ ਕਰਾਈ। ਹੁਣ ਦੇਖੋ, ਹੁਣ ਆਪਾਂ ਇੱਥੇ ਇਹ ਕਹਾਂਗੇ, ਆਪਾਂ ਕਿਸੇ ਦੇ ਸਾਹਮਣੇ ਪਹੁੰਚੇ, ਆਪਣਾ ਜਦੋਂ ਉਹਦੇ ਸਾਹਮਣੇ ਪਹੁੰਚੇ ਉਸ ਵਕਤ ਉਹ ਰੋ ਨਹੀਂ ਰਿਹਾ ਸੀਗਾ, ਕਰਾਈ ਹੁੰਦਾ ਰੋਣਾ, ਉਸ ਵਕਤ ਉਹ ਰੋ ਨਹੀਂ ਰਿਹਾ ਸੀ, ਉਸ ਵਕਤ ਚੁੱਪ ਸੀ। ਆਪਾਂ ਨੂੰ ਉਹਦੇ ਚਿਹਰੇ ਤੋਂ ਲੱਗਿਆ ਵੀ ਸਾਨੂੰ ਇਸ ਤਰ੍ਹਾਂ ਲੱਗਦਾ ਵੀ ਇਸ ਤੋਂ ਪਹਿਲਾਂ, ਵੀ ਜਦੋਂ ਅਸੀਂ ਪਹੁੰਚਿਆ ਸਾਡੇ ਪਹੁੰਚਣ ਤੋਂ ਪਹਿਲਾਂ ਤੂੰ ਰੋ ਰਿਹਾ ਸੀ, ਤੂੰ ਰੋਂਦਾ ਆ ਰਿਹਾ ਸੀ। ਤਾਂ ਕਰਕੇ ਇੱਥੇ ਪ੍ਰੈਜ਼ੈਂਟ ਪਰਫੈਕਟ ਕੰਟੀਨਿਊਸ ਦੀ ਗੱਲ ਹੋ ਰਹੀ ਹੈ ਵੀ ਸਾਨੂੰ ਇਸ ਤਰ੍ਹਾਂ ਲੱਗਦਾ ਹੈ, ਯੂ ਲੁੱਕ ਐਜ਼ ਇਫ ਯੂ ਹੈਵ ਬੀਨ ਕ੍ਰਾਈਂਗ, ਵੀ ਸਾਨੂੰ ਇਸ ਤਰ੍ਹਾਂ ਲੱਗਦਾ ਇਸ ਤੋਂ ਪਹਿਲਾਂ ਤੂੰ ਰੋਂਦਾ ਆ ਰਿਹਾ ਸੀ, ਤਾਂ ਕਰਕੇ ਤੇਰਾ ਚਿਹਰਾ ਥੋੜਾ ਜਿਹਾ ਰੋਂਦੇ ਉਹਦੇ ਵਰਗਾ ਲੱਗਦਾ। 11ਵਾਂ ਦੇਖੋ, ਇਜ਼ ਇਟ ਸਟਿਲ ਰੇਨਿੰਗ, ਕੀ ਵਰਖਾ ਹੋ ਰਹੀ ਹੈ, ਤਾਂ ਮੂਰਲਾ ਬੰਦਾ ਕਹਿੰਦਾ ਨੋ ਹੋ ਨਹੀਂ ਰਹੀ। ਇਟ ਸਟਾਪ ਵੀ ਮਤਲਬ ਰੁਕ ਗਈ, ਮਤਲਬ ਰੁਕ ਗਈ, ਤਾਂ ਇਟ ਸਟਾਪ ਮਤਲਬ ਕੰਮ ਫਿਨਿਸ਼ ਹੋ ਚੁੱਕਿਆ ਨਾ ਵਰਖਾ ਰੁਕਣ ਦਾ, ਤਾਂ ਇਹਦਾ ਮਤਲਬ ਪ੍ਰੈਜ਼ੈਂਟ ਪਰਫੈਕਟ ਕੰਟੀਨਿਊਸ ਹੈ। ਇਟ ਹੈਜ਼ ਸਟਾਪਡ, ਦੱਸ ਰਿਹਾ ਕਿ ਹਾਂ ਨਹੀਂ ਰੁਕ ਗਈ। 12ਵਾਂ, ਦ ਚਿਲਡਰਨ ਆਰ ਟਾਇਰਡ ਨਾਓ, ਜਿਹੜੇ ਚਿਲਡਰਨ ਨੇ ਹੁਣ ਉਹ ਬਹੁਤ ਜ਼ਿਆਦਾ ਥੱਕੇ ਹੋਏ ਨੇ। ਅੱਗੇ ਕੀ ਕਹਿ ਰਿਹਾ, ਦੇ ਪਲੇ ਇਨ ਦਾ ਗਾਰਡਨ, ਕਿਉਂ ਥੱਕੇ ਹੋਏ ਨੇ, ਕਿਉਂਕਿ ਇਸ ਤੋਂ ਪਹਿਲਾਂ ਉਹ ਗਾਰਡਨ ਦੇ ਵਿੱਚ ਖੇਡਦੇ ਆ ਰਹੇ ਨੇ, ਫੇਰ ਹੀ ਥੱਕੇ ਨਾ ਜੇਕਰ ਗਾਰਡਨ ਦੇ ਵਿੱਚ ਖੇਡ ਰਹੇ ਸੀ। ਤਾਂ ਕਰਕੇ ਇੱਥੇ ਵੀ ਆਪਾਂ ਕੀ ਬਣਾਵਾਂਗੇ, ਪ੍ਰੈਜ਼ੈਂਟ ਪਰਫੈਕਟ ਕੰਟੀਨਿਊਸ, ਦੇ ਹੈਵ ਬੀਨ ਪਲੇਇੰਗ ਇਨ ਦਾ ਗਾਰਡਨ। 13ਵਾਂ ਦੇਖੋ, ਆਈ ਲੋਸਟ ਮਾਈ ਫੋਨ, ਦੇਖੋ ਜਿਹੜੀ ਲੋਸਟ ਵਰਬ ਦੀ ਫਾਰਮ ਹੈ, ਲੋਸਟ ਹੁੰਦਾ ਖੋਣਾ, ਜਦੋਂ ਕੋਈ ਚੀਜ਼ ਖੋਂਦੀ ਹੈ ਆਪਾਂ ਨੂੰ ਇੱਕਦਮ ਹੀ ਪਤਾ ਚੱਲਦਾ ਕਿ ਖੋ ਗਈ। ਪ੍ਰੈਜ਼ੈਂਟ ਪਰਫੈਕਟ ਕੰਟੀਨਿਊ ਥੋੜੀ ਬਣੇਗਾ ਕਿ ਮੇਰੀ ਕੋਈ ਚੀਜ਼ ਖੋਂਦੀ ਆ ਰਹੀ ਹੈ, ਵੀ ਮੇਰਾ ਫੋਨ ਹੈ ਮੇਰੇ ਕੋਲੇ ਥੋੜਾ ਕਰਕੇ ਖੋ ਰਿਹਾ, ਪਹਿਲਾਂ ਅੱਧਾ ਖੋ ਗਿਆ ਫਿਰ ਹੋਰ ਖੋ ਗਿਆ, ਇਸ ਤਰ੍ਹਾਂ ਦਾ ਨਹੀਂ ਹੁੰਦਾ, ਇੱਕਦਮ ਹੀ ਖੋਂਦਾ। ਤਾਂ ਵੈਰੀ ਸਿੰਪਲ ਹੈ, ਆਈ ਹੈਵ ਲੋਸਟ ਮਾਈ ਫੋਨ। ਅੱਗੇ ਕੀ ਕਹਿ ਰਿਹਾ, ਯੂ ਸੀ ਇਟ, ਕੀ ਤੂੰ ਦੇਖਿਆ, ਤਾਂ ਇੱਥੇ ਵੀ ਬਿਲਕੁਲ ਪ੍ਰੈਜ਼ੈਂਟ ਪਰਫੈਕਟ ਆਊ ਵੀ ਕੀ ਤੁਸੀਂ ਮੇਰਾ ਫੋਨ ਦੇਖ ਚੁੱਕੇ ਹੋ, ਗੱਲ ਕੁੱਲ ਮਿਲਾ ਕੇ ਉਹੀ ਹੈ। ਇੱਥੇ ਇੰਟੈਰੋਗੇਟਿਵ ਹੈ, ਸੌਰੀ ਇੰਟੈਰੋਗੇਟਿਵ ਦੇ ਵਿੱਚ ਹੈਵ ਅੱਗੇ ਲਗਾਵਾਂਗੇ, ਹੈਵ ਯੂ ਸੀਨ, ਆਪਾਂ ਇਸ ਤਰ੍ਹਾਂ ਹੀ ਪੁੱਛਦੇ ਹਾਂ ਨਾ, ਹੈਵ ਯੂ ਸੀਨ ਇਟ, ਕੀ ਤੁਸੀਂ ਦੇਖਿਆ। ਇਹ ਥੋੜੀ ਕਹਾਂਗੇ ਹੈਵ ਯੂ ਬੀਨ ਸੀਇੰਗ ਇਟ, ਵੀ ਕੀ ਤੁਸੀਂ ਮੇਰੇ ਫੋਨ ਨੂੰ ਦੇਖਦੇ ਆ ਰਹੇ ਹੋ, ਤਾਂ ਗੱਲ ਨਹੀਂ ਬਣੀ, ਆਪਾਂ ਸਿੱਧੀ ਕਹਿਣਾ ਕਿ ਤੂੰ ਦੇਖਿਆ। 14ਵਾਂ ਦੇਖੋ, ਆਈ ਰੀਡ ਦ ਬੁੱਕ, ਦੇਖੋ ਇੱਥੇ ਸਿਚੁਏਸ਼ਨ ਕੋਈ ਵੀ ਬਣ ਸਕਦੀ ਹੈ, ਬਟ ਅੱਗੇ ਜਦੋਂ ਪੜਾਂਗੇ ਆਪਾਂ ਨੂੰ ਪਤਾ ਚੱਲੇਗਾ। ਦੇਖੋ ਆਈ ਰੀਡ ਦ ਬੁੱਕ ਯੂ ਲੈਂਟ ਮੀ, ਵੀ ਜਿਹੜੀ ਬੁੱਕ ਤੁਸੀਂ ਨੇ ਮੈਨੂੰ ਦਿੱਤੀ ਉਹ ਮੈਂ ਪੜ੍ਹੀ, ਬਟ ਅੱਗੇ ਕੀ ਕਹਿ ਰਿਹਾ, ਦੇਖੋ ਬਟ ਆ ਗਿਆ, ਬਟ ਆਈ ਨੋਟ ਫਿਨਿਸ਼ ਇਟ ਜੈਟ, ਪਰ ਹਾਲੇ ਮੈਂ ਉਹ ਪੜ੍ਹੀ ਨਹੀਂ। ਇਹਦਾ ਮਤਲਬ ਕੀ ਹੈ, ਉਹ ਬੁੱਕ ਹੈ ਜਿਹੜੀ ਉਹ ਪੜ੍ਹਦਾ ਆ ਰਿਹਾ ਹੈ। ਉਹ ਕਹਿ ਰਿਹਾ ਕਿ ਆਈ ਰੀਡ ਦ ਬੁੱਕ, ਦੇਖੋ ਇਹ ਕਹਿ ਰਿਹਾ ਹੈ ਆਈ ਹੈਵ ਬੀਨ ਰੀਡਿੰਗ, ਇਹ ਕਹਿ ਰਿਹਾ ਕਿ ਆਈ ਹੈਵ ਬੀਨ ਰੀਡਿੰਗ ਦ ਬੁੱਕ, ਜਿਹੜੀ ਕਿਤਾਬ ਹੈ ਮੈਂ ਪੜ੍ਹਦਾ ਆ ਰਿਹਾ। ਕਿਹੜੀ ਕਿਤਾਬ, ਯੂ ਲੈਂਟ ਮੀ, ਜਿਹੜੀ ਕਿਤਾਬ ਤੁਸੀਂ ਨੇ ਮੈਨੂੰ ਦਿੱਤੀ ਹੈ। ਬਟ ਆਈ ਨੋਟ ਫਿਨਿਸ਼ ਇਟ ਜੈਟ, ਪਰ ਹਾਲੇ ਮੈਂ ਉਹ ਫਿਨਿਸ਼ ਨਹੀਂ ਕਰੀ, ਵੀ ਪੜ੍ਹਦਾ ਆ ਰਿਹਾ ਹਾਲੇ ਮੈਂ ਫਿਨਿਸ਼ ਨਹੀਂ ਕੀਤੀ। ਇਹ ਕੀ ਆਊਗਾ, ਇਹ ਪ੍ਰੈਜ਼ੈਂਟ ਪਰਫੈਕਟ ਆਊਗਾ ਇੱਥੇ, ਮਤਲਬ ਕਿ ਫਿਨਿਸ਼ ਨਹੀਂ ਕਰੀ, ਦੱਸ ਰਿਹਾ ਕਿ ਆਈ ਹੈਵ ਨੋਟ ਫਿਨਿਸ਼ਡ, ਕਿ ਹਾਲੇ ਮੈਂ ਫਿਨਿਸ਼ ਨਹੀਂ ਕੀਤੀ, ਆਈ ਹੈਵ ਨੋਟ ਫਿਨਿਸ਼ਡ ਇਟ ਜੈਟ। ਇਟਸ ਰੀਅਲੀ ਇੰਟਰਸਟਿੰਗ। 15ਵੇਂ ਦੇ ਵਿੱਚ ਦੇਖੋ,
आई रीड द बुक यू लेंट मी, पहला सेम ही है बट अगे ਜਿਹੜਾ ਅਗਲਾ ਪੜਾਂਗੇ ਆਪਾਂ, ਜਿਹੜਾ ਅਗਲਾ ਪੜਾਂਗੇ ਇਸ ਦੇ ਵਿੱਚ ਕੀ ਕਹਿ ਰਿਹਾ ਹੈ, ਕਹਿੰਦਾ आई रीड द बुक you lent me so you can have it back now, ਤੁਸੀਂ ਹੁਣ ਇਸ ਨੂੰ ਵਾਪਸ ਲਿਜਾ ਸਕਦੇ ਹੋ। ਹੁਣ ਆਪਾਂ ਵਾਪਸ ਲਿਜਾ ਸਕਦੇ ਹਾਂ ਕਦੋਂ ਕਹਾਂਗੇ, ਜਦੋਂ ਆਪਾਂ ਬੁੱਕ ਕੰਪਲੀਟ ਪੜ੍ਹ ਲਈ। ਇਹਦਾ ਮਤਲਬ ਇਹ ਕਹਿ ਰਿਹਾ ਹੈ ਕਿ ਜਿਹੜੀ ਬੁੱਕ ਤੁਸੀਂ ਮੈਨੂੰ ਦਿੱਤੀ ਸੀ ਉਹ ਮੈਂ ਪੜ੍ਹ ਲਈ, ਹੁਣ ਤੁਸੀਂ ਉਸ ਨੂੰ ਵਾਪਸ ਲਿਜਾ ਸਕਦੇ ਹੋ। ਇਹਦਾ ਮਤਲਬ ਇੱਥੇ ਹੈਗਾ I have read ਦੀ ਥਰਡ ਫਾਰਮ ਰੀਡ ਹੀ ਹੁੰਦੀ ਹੈ। I have read the book so you can lend it back, मतलब टेक इट बैक, ठीक है। सो ये सी अपना यूनिट नंबर, शायद लास्ट वाला मैं दोबारा बोल दा एक बार, क्योंकि कई बार बच्चे ना कमेंट करन लग जाते सर तुसी गलत बोल गए, मेरे तो शायद थोड़ा जा गलत बोले गए सी। देखो आई हैव रीड द बुक यू लेंट मी, मैं वो किताब पढ़ ली जिहड़ी तुसी ने मैनूं दित्ती सी, सो यू कैन हैव इट बैक नाउ, इसलिए हुण तुसी इस नूं बैक दोबारा वापस ले जा सकते हो। ओके, सो ये सी अपनी यूनिट नंबर 10। ਅੱਗੇ ਸ਼ੇਅਰ ਕਰੋ, ਉਹੀ ਬਾਰ-ਬਾਰ ਦੇਖੋ ਉਹੀ ਚੀਜ਼ਾਂ ਮੈਂ ਤੁਹਾਨੂੰ ਕਹਿਣਾ ਹੈ ਨਾ, ਮੈਥੋਂ ਬਾਰ-ਬਾਰ ਨਾ ਖਾਓ, ਮੈਂ ਤਾਂ ਕਹਿੰਦੇ ਹੀ ਜਾਊਂਗਾ, ਬਟ ਤੁਸੀਂ ਇਹ ਜ਼ਰੂਰ ਕਰਿਆ ਕਰੋ, ਅੱਗੇ ਸ਼ੇਅਰ ਕਰਿਆ ਕਰੋ। ਜਿਸ ਵੀ ਕਾਲਜ ਦੇ ਵਿੱਚ ਪੜ੍ਹਦੇ ਹੋ ਸਾਰੇ ਕਾਲਜ ਦੇ ਵਿੱਚ ਵੀਡੀਓ ਨੂੰ ਜਿਹੜੀ ਤੁਸੀਂ ਸ਼ੇਅਰ ਕਰ ਦਿਆ ਕਰੋ, ਲਾਈਕ ਵੀ ਕਰਿਆ ਕਰੋ। ਜੇ ਕਿਤੇ ਕੋਈ ਪ੍ਰੋਬਲਮ ਹੁੰਦੀ ਹੈ ਕਮੈਂਟ ਕਰਿਆ ਕਰੋ, ਪ੍ਰੋਬਲਮ ਨਹੀਂ ਵੀ ਹੁੰਦੀ ਤਾਂ ਵੀ ਵੀਡੀਓ ਤੁਹਾਨੂੰ ਵਧੀਆ ਲੱਗਦੀ ਹੈ ਫਿਰ ਵੀ ਉੱਥੇ ਕਮੈਂਟ ਕਰਿਆ ਕਰੋ, ठीक है। सबसक्राइब नहीं किया चैनल तो चैनल को सबसक्राइब करा करो। सो मिलते हैं अगली वीडियो लैके, उदों तक दो इजाजत। थैंक यू सो मच।